ਵਾਹਿਗੁਰੂ ਜੀ। ਅੰਮ੍ਰਿਤ ਕਥਾ ਸ੍ਰੇਸ਼ਟ ਊਤਮ, ਗੁਰ ਬਚਨੀ ਸਹਜੇ ਚਾਖੀ। ਤੈ ਭਇਆ ਪ੍ਰਕਾਸ਼ ਮਿਟਿਆ ਅੰਧਿਆਰਾ, ਜਿਉ ਸੂਰਜ ਰੈਨ ਕੇ ਰਾਖੀ। ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਣਤੇ ਦਰਦ ਦੁਖ ਲਥਾ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਅੰਤਰ ਕੀ ਗਤ ਤੁਮਹਿ ਜਾਨੀ, ਤੁਝ ਹੀ ਪਾਹੇ ਨਬੇਰੋ। ਬਖਸ਼ ਲਾਹੋ ਸਾਹਿਬ ਪ੍ਰਭ ਆਪਣੇ, ਲਾਖ ਖਤੇ ਕਰ ਫੇਰੋ। ਅੰਤਰ ਕੀ ਗਤ ਤੁਮਹਿ ਜਾਨੀ, ਤੁਝ ਹੀ ਪਾਹੇ ਨਬੇਰੋ। ਬਖਸ਼ ਲੈਹੋ ਸਾਹਿਬ ਪ੍ਰਭ ਆਪਣੇ, ਲਾਖ ਖਤੇ ਕਰ ਫੇਰੋ। ਪ੍ਰਭ ਜੀ ਤੂੰ ਮੇਰੋ ਠਾਕੁਰ ਨੇਰੋ। ਹਰ ਚਰਨ ਸਰਨ ਮੋਹਿ ਚੇਰੋ। ਰਹਾਉ ਬੇਸੁਮਾਰ ਬੇਅੰਤ ਸੁਆਮੀ, ਊਚੋ ਗੁਣੀ ਗਹਿਰੋ। ਕਾਟ ਸਿਲਕ ਕੀਨੋ ਆਪਣੋ ਦਾਸਰੋ, ਤਉ ਨਾਨਕ ਕਹਾ ਨਿਹੋਰੋ। ਬੇਸੁਮਾਰ ਬੇਅੰਤ ਸੁਆਮੀ, ਊਚੋ ਗੁਣੀ ਗਹਿਰੋ। ਕਾਟ ਸਿਲਕ ਕੀਨੋ ਆਪਣੋ ਦਾਸਰੋ, ਤਉ ਨਾਨਕ ਕਹਾ ਨਿਹੋਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਜੁਗੋ ਜੁਗ ਅਟਲ ਸਤਿਗੁਰੂ, ਉਹਨਾਂ ਦੀ ਹਜ਼ੂਰੀ ਵਿੱਚ ਆਪ ਜੀ ਬੈਠੇ ਹੋ।
ਅੰਮ੍ਰਿਤਸਰ ਸਾਹਿਬ ਜਿਸ ਦੀ ਮਹਿਮਾ ਵਿੱਚ ਸਤਿਗੁਰਾਂ ਨੇ ਬਚਨ ਕਹੇ ਹਨ, ਅੰਮ੍ਰਿਤ ਸਾਰੇ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋ ਹੈ। ਧੰਨ ਗੁਰੂ ਰਾਮਦਾਸ ਜੀ ਨੇ ਜੋ ਰੱਬੀ ਜੋਤ ਗੁਰੂ ਨਾਨਕ ਦੇਵ ਵਿੱਚ ਜਗੀ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰਿ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅਮਰਤ ਛਤਰ ਗੁਰੂ ਰਾਮੈ ਦੀਓ। ਉਹ ਸ਼ਬਦ ਦੀ ਜੋਤ ਇੱਥੇ ਜਗਾਈ ਬੈਠਾ ਸੋਢੀ ਪਾਤਸ਼ਾਹ। ਰਾਮਦਾਸ ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ। ਖਟਾਇਆ ਦਾ ਅਰਥ ਹੁੰਦਾ ਖੁਦਵਾਇਆ। ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਇੱਥੇ ਰੱਬੀ ਜੋਤ ਜਗਦੀ ਹੈ। ਇੱਥੇ ਕਾਂ ਹੰਸ ਬਣਦੇ ਹਨ। ਪ੍ਰਤੀਕ ਕੁਛ ਚੁਣੇ ਸਨ। ਇੱਕ ਸ਼ਬਦ ਕਬੀਰ ਸਾਹਿਬ ਜੀ ਦਾ ਉਸ ਵੱਲ ਧਿਆਨ ਦੇਈਏ। ਉਹ ਕਹਿੰਦੇ ਨੇ ਮੈਂ ਰਬਾਬ ਵਜਾਉਂਦਾ ਇੱਕ ਜਾਨਵਰ ਵੇਖਿਆ, ਹਾਥੀ। ਹਾਥੀ ਵੀ ਰਬਾਬ ਵਜਾਉਂਦੇ ਨੇ। ਫੀਲ ਰਬਾਬੀ ਆਸਾ, ਫੀਲ ਰਬਾਬੀ ਬਲਦ ਪਖਾਵਜ। ਹੱਦ ਹੋ ਗਈ, ਬੈਲ ਮਰਦੰਗ ਵਜਾਉਂਦਾ ਪਿਆ। ਕਬੂਆ ਤਾਲ ਵਜਾਏ, ਕਾਂ ਛੈਣੇ ਵਜਾਉਂਦਾ ਪਿਆ। ਪੈਰ ਚੋਲਣਾ ਗਧਾ ਨਾਚੇ, ਗਧਾ ਚੋਲਾ ਪਾ ਕੇ ਨੱਚਦਾ ਪਏ। ਭੈਂਸਾ ਭਗਤ ਕਰਾਵੇ ਸੰਡਾ, ਭੈਂਸਾ ਇਹ ਭਗਤੀ ਕਰਦਾ। ਇਹ ਜਾਨਵਰ ਜਿਹੜੇ ਨੇ ਇਹ ਕੀਰਤਨ ਕਰਦੇ ਨੇ, ਬਸ ਵਿੱਚ ਮਨ ਜਾਨਵਰ ਹੈ। ਮਨ ਨੂੰ ਗਧਾ ਵੀ ਕਿਹਾ, ਮਨ ਨੂੰ ਬਾਂਦਰ ਵੀ ਕਿਹਾ ਕਿ ਪਸ਼ੂਆਂ ਵਾਲੇ ਕੰਮ ਵੀ ਕਰਦਾ। ਪਰ ਕਹੋ ਕਬੀਰ ਬੁੱਧ ਹਿਰ ਲਈ ਮੇਰੀ, ਬੁੱਧ ਬਦਲੀ ਸਿਧ ਪਾਈ। ਅਪੁਸ਼ਟ ਬਾਤ ਤੇ ਭਾਈ ਸੀਦਰੀ ਦੂਤ ਦੁਸ਼ਟ ਸਜਨਾਈ। ਅਦਮ ਚੰਡਾਲੀ ਜਿਹੜੀ ਵਿਰਤੀ ਬੜੇ ਨੀਚ ਸੀ, ਚੰਡਾਲਣੀ ਸੀ, ਭਾਈ ਬ੍ਰਾਹਮਣੀ ਉੱਤਮ ਹੋ ਗਈ ਸੋਦੀ ਤੇ ਸ੍ਰਿਸ਼ਟਾਈ ਰਹਿ ਆਏ। ਇਸੇ ਵਾਸਤੇ ਆ ਡੁਬਕੀ ਲੱਗ ਜਾਏ ਤੇ ਕਾਂ ਆਏ ਸਾਂ ਤੇ ਹੰਸ ਬਣ ਕੇ ਜਾਈਏ। ਇਹ ਦਰਬਾਰ ਐਸਾ ਪਤਾ ਨਹੀਂ ਕਿੰਨੇ ਤਾਜਾਂ ਵਾਲਿਆਂ ਦੇ ਮੱਥੇ ਇਹ ਸਰਦਲ ਤੇ ਲੱਗੇ। ਧੰਨ ਗੁਰੂ ਰਾਮਦਾਸ ਤੇਰੇ ਦਰ ਤੇ ਕਿੰਨੇ ਬਾਦਸ਼ਾਹ ਆ ਕੇ ਝੁਕੇ ਤੇ ਖੈਰ ਮੰਗਦੇ ਨੇ। ਅੰਗਰੇਜ਼ ਲੇਖਕਾਂ ਲਿਖਿਆ ਮਹਾਰਾਜਾ ਰਣਜੀਤ ਸਿੰਘ ਵਰਗਾ ਬਾਦਸ਼ਾਹ ਏਸ਼ੀਆ ਵਿੱਚ ਅਸੀਂ ਕੋਈ ਨਹੀਂ ਵੇਖੇ। ਤੇ ਉਹ ਇੱਥੇ ਆ ਕੇ ਗਲ 'ਚ ਪੱਲਾ ਪਾ ਕੇ ਕਿੰਨਾ ਕਿੰਨਾ ਚਿਰ ਖੜਾ ਰਹਿੰਦਾ ਸੀ। ਧੰਨ ਗੁਰੂ ਰਾਮਦਾਸ ਮੇਰੀ ਝੋਲੀ 'ਚ ਖੈਰ ਪਾਓ। ਉਸ ਪਾਵਨ ਅਸਥਾਨ 'ਤੇ ਤੁਸੀਂ ਆਏ ਹੋ। ਇੱਥੇ ਕੇਵਲ ਤੇ ਕੇਵਲ ਆਉਣਾ ਹੈ ਸ਼ਰਧਾ ਲੈ ਕੇ। ਸ਼ੱਕ ਤੇ ਮੇਰਾ ਖਿਆਲ ਹੈ ਜਿੱਥੇ ਜੋੜੇ ਲਾਉਨੇ ਆ ਨਾ, ਬਾਹਰ ਹੀ ਛੱਡ ਆਵੇ। ਹਉਮੈ ਬੰਦਾ ਬਾਹਰ ਹੀ ਰੱਖ ਆਵੇ, ਸ਼ਰਧਾ ਲੈ ਕੇ ਜਾਵੇ। ਪਾਤਸ਼ਾਹ ਉਹ ਤੇਰਾ ਸਰੋਵਰ ਜਿੱਥੇ ਡੁਬਕੀ ਲਾਈਏ, ਦੋ ਤਰ੍ਹਾਂ ਦਾ ਜੇ। ਇੱਕ ਤੇ ਹੈ ਉਹਨਾਂ ਦੀ ਬਖਸ਼ਿਸ਼ ਗਿਆਨ ਦਾ ਸਰੋਵਰ, ਇੱਕ ਹੈ ਜਲ ਦਾ ਸਰੋਵਰ। ਜਲ ਦੇ ਸਰੋਵਰ ਵਿੱਚ ਵੀ ਬੜੀਆਂ ਬਰਕਤਾਂ ਨੇ, ਕੋਈ ਅੰਤ ਨਹੀਂ। ਤੇ ਗਿਆਨ ਦੇ ਸਰੋਵਰ ਵਿੱਚ ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਹੁਣ ਬੈਠੇ ਇਸੇ ਵਾਸਤੇ ਹਾਂ, ਇੱਥੇ ਵੀ ਡੁਬਕੀ ਲਾਈਏ। ਇਹ ਗੁਰੂ ਦਾ ਹਿਰਦਾ ਗ੍ਰੰਥ ਹਿਰਦਾ ਗੁਰ ਕੋ ਜਾਣੋ ਉੱਤਮ ਹੈ ਬਹੁ ਕਾਲ ਰਹੇ ਹੈ। ਗਿਆਨ ਦੇ ਸਾਗਰ ਵਿੱਚ ਹੀ ਇਸ਼ਨਾਨ ਕਰੀਏ। ਅੰਮ੍ਰਿਤ ਵੇਲੇ ਜੋ ਹੁਕਮ ਬਖਸ਼ਿਸ਼ ਹੋਇਆ ਆਪਨੇ ਸਰਵਣ ਕੀਤਾ, ਸੂਰ ਰਾਗ ਵਿੱਚੋਂ ਆਇਆ। ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਸਤਿਕਾਰਯੋਗ ਭਾਈ ਦਿਲਰਾਜ ਸਿੰਘ ਜੀ। ਮੂਲ ਪਾਠ ਉਹਨਾਂ ਸਰਵਣ ਕਰਵਾਇਆ ਹੈ। ਤੇ ਸ਼ਬਦ ਦਾ ਜਿਹੜਾ ਮੁੱਖ ਭਾਵ ਹੈ ਉਹ ਹੈ, ਹੇ ਮੇਰੇ ਪ੍ਰਭੂ ਜੀ
ਤੂੰ ਮੇਰਾ ਮਾਲਕ ਹੈ ਤੇ ਮੈਂ ਤੇਰਾ ਚੇਲਾ ਹਾਂ। ਕਬੀਰ ਸਾਹਿਬ ਕਹਿੰਦੇ ਨੇ ਚੇਲਾ ਵੀ ਬੜਾ ਪੁਰਾਣੇ ਚੇਲਿਆਂ ਨੂੰ ਵੀ ਹੰਕਾਰ ਹੋ ਜਾਂਦਾ, ਚਿਰਾਂ ਦੇ ਆ, ਇਹ ਤੇ ਨਵਾਂ ਹੀ ਆਇਆ। ਕਹਿੰਦੇ ਨੇ ਮੈਂ ਤੇ ਨਵਾਂ ਹੀ ਹਾਂ। ਤੂੰ ਸਤਿਗੁਰ ਹੋ ਨੌ ਤਨ ਚੇਲਾ, ਕਹਿ ਕਬੀਰ ਮਿਲ ਅੰਤ ਕੀ ਬੇਲਾ। ਗੁਰੂ ਅਰਜਨ ਦੇਵ ਫਰਮਾਉਂਦੇ ਨੇ, ਪ੍ਰਭ ਜੀ ਤੂੰ ਮੇਰੋ ਠਾਕੁਰ, ਨੇਰੋ ਹਰ ਚਰਨ ਸ਼ਰਨ ਮੋਚੇਰੋ। ਮੈਂ ਤੁਹਾਡੀ ਚਰਨ ਸ਼ਰਨ ਵਿੱਚ ਹਾਂ ਤੇ ਤੁਹਾਡਾ ਚੇਲਾ ਹਾਂ, ਤੇ ਮਾਲਕ ਹੋ ਤੇ ਨੇੜੇ ਹੋ। ਹੁਣ ਵਿਚਾਰਨ ਵਾਲੀ ਗੱਲ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕਿਹਾ ਰੱਬ ਨੇੜੇ ਵੀ ਹੈ, ਦੂਰ ਵੀ ਹੈ, ਵਿਚਕਾਰ ਵੀ ਹੈ। ਪੰਕਤੀਆਂ ਸਾਫ਼ ਲਿਖੀਆਂ ਨੇ, ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨੋ, ਆਪੇ ਦੇਖੈ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨੋ। ਪ੍ਰਮਾਤਮਾ ਨੇੜੇ ਵੀ ਹੈ। ਪ੍ਰਮਾਤਮਾ ਜੇ ਸਰਵ ਵਿਆਪਕ ਹੈ ਤੇ ਹੋਏਗਾ ਹੀ, ਫਿਰ ਤੇ ਵਿਚਕਾਰ ਵੀ ਹੋਵੇਗਾ। ਨਦੀ ਦੇ ਕਿਸ ਕਿਨਾਰੇ ਵੀ ਹੈ, ਵਿਚਕਾਰ ਵੀ ਪਾਣੀ ਹੈ, ਪਰਲੇ ਪਾਸੇ ਵੀ ਹੈ। ਜੇ ਜਲ ਹੈ ਤੇ ਸਾਰੇ ਹੈ। ਲੇਕਿਨ ਸਾਧਨਾ ਪੱਖ ਵੇਖੀਏ, ਸਾਧਨਾ ਲਈ ਅਸੀਂ ਕਿੱਥੇ ਮੰਨੀਏ? ਨੇੜੇ ਮੰਨੀਏ, ਵਿਚਕਾਰ ਮੰਨੀਏ, ਦੂਰ ਮੰਨੀਏ? ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨੋ, ਆਪੇ ਦੇਖੈ ਸੁਣੇ ਆਪੇ ਹੀ, ਕੁਦਰਤ ਕਰੇ ਜਹਾਂ। ਹੁਣ ਜਿਹਨਾਂ ਸਾਧਨਾ ਕਰਾਉਣੀ ਹੈ ਨਾ, ਸਾਨੂੰ ਸਮਝਾਉਣਾ, ਸਾਨੂੰ ਸਵਾਰਨਾ, ਸਾਡੀ ਘਾੜਤ ਕੱਢਣੀ ਹੈ। ਉਹਨਾਂ ਕਿਹਾ ਜਿੱਥੇ ਹੈ ਉਹ ਤੇ ਹੈ, ਪਰ ਤੁਸੀਂ ਨੇੜੇ ਮੰਨ ਲਓ, ਤੁਹਾਡਾ ਭਲਾ ਇਸ ਵਿੱਚ ਕਿ ਨਾਲ ਹੈ। ਘੱਟੋ ਘੱਟ ਇਹ ਤੇ ਸਮਝੋਗੇ ਨਾ, ਵੇਖਦਾ ਪਿਆ ਨਿਕਟ ਬੁੱਝਾ, ਜਿਹੜਾ ਨੇੜੇ ਬੁੱਝਦਾ ਸੋ ਬੁਰਾ ਕਿਉਂ ਕਰੇ? ਘੱਟੋ ਘੱਟ ਬੁਰਾ ਨਹੀਂ ਕਰ ਸਕਦਾ। ਇੱਕ ਕਥਾ ਸ਼ਾਇਦ ਸੁਣੀ ਹੋਵੇ ਵੀ ਇਹ ਸਮਝਾ ਰਿਹਾ ਸੀ ਇੱਕ ਮਹਾਤਮਾ, ਤੇ ਬੱਚਿਆਂ ਨੂੰ 2 ਕਬੂਤਰ ਦੇ ਦਿੱਤੇ। ਉਹ ਜਾਓ ਬੇਟਾ ਇਹਨਾਂ ਦੋਵਾਂ ਨੂੰ ਮਾਰ ਕੇ ਲਿਆਓ ਤੇ ਮਾਰਿਓ ਉੱਥੇ ਜਿੱਥੇ ਵੇਖੇ ਕੋਈ ਨਾ। ਇੱਕ ਤੇ ਮਗਰ ਗਿਆ ਗਲੀ ਦੇ, ਮਰੋੜੀ ਗਰਦਨ, ਲਓ ਗੁਰੂ ਜੀ। ਕਹਿਣ ਲੱਗਾ ਬੇਟਾ ਇਸ ਜਨਮ ਵਿੱਚ ਤੇ ਤੈਨੂੰ ਰੱਬ ਨਹੀਂ ਮਿਲ ਸਕਦਾ, ਤੂੰ ਤੇ ਫੇਲ ਹੈ। ਦੂਜਾ ਗਿਆ ਤੇ ਸ਼ਾਮ ਨੂੰ ਆਇਆ, ਕਹਿਣ ਲੱਗਾ ਇੰਨੀ ਦੇਰ, ਕਹਿਣ ਲੱਗਾ ਜੀ ਕਰਦਾ ਕੀ? ਤੇ ਕਬੂਤਰ ਮਾਰਿਆ ਹੀ, ਕਹਿਣ ਲੱਗਾ ਨਾ ਜੰਦਾ ਲੈ ਕੇ ਆਇਆ। ਹੁਣ ਮੈਂ ਜਿੱਥੇ ਗਿਆ ਸ਼ਰਤ ਇਹ ਸੀ ਕਿ ਵੇਖੇ ਕੋਈ ਨਾ, ਗਲੀ 'ਚ ਕੋਈ ਆ ਜਾਏ ਮੈਂ ਦੂਰ ਲੈ ਗਿਆ, ਜੰਗਲ ਵਿੱਚ ਲੈ ਗਿਆ, ਫਿਰ ਮੇਰੇ ਵੱਲ ਵੇਖੇ, ਮੈਂ ਇਸ ਦੇ ਵੱਲ ਵੇਖਾਂ। ਮੈਂ ਇਹਦੀਆਂ ਅੱਖਾਂ 'ਤੇ ਵੀ ਪੱਟੀ ਬੰਨੀ ਤੇ ਆਪਣੀਆਂ 'ਤੇ, ਫਿਰ ਕੋ ਅੰਦਰੋਂ ਵੇਖਦਾ ਸੀ। ਫਿਰ ਮੈਨੂੰ ਧਿਆਨ ਆਇਆ ਰੱਬ ਕਿੱਥੇ ਨਹੀਂ ਵੇਖਦਾ, ਉਹ ਤੇ ਨਾਲ ਹੈ, ਇਹਦੇ ਵਿੱਚ ਵੀ ਹੈ, ਮੇਰੇ ਵਿੱਚ ਵੀ ਹੈ। ਕਹਿਣ ਲੱਗਾ ਪੁੱਤਰ ਤੈਨੂੰ ਰੱਬ ਮਿਲ ਪਵੇਗਾ। ਰੱਬ ਨੂੰ ਨੇੜੇ ਮੰਨ ਲਵੇ, ਕੋਈ ਝੂਠ ਤੇ ਨਹੀਂ ਬੋਲੇਗਾ, ਕਿਉਂਕਿ ਉਹ ਸੁਣਦਾ ਪਏ। ਤੁਸੀਂ ਜੈਤਰੀ ਕੀ ਵਾਰ ਨੂੰ ਧਿਆਨ ਨਾਲ ਪਹਿਲਾ ਸ਼ਲੋਕ ਹੀ ਪੜ੍ਹਨਾ। ਪੇਖਣ, ਉਹ ਵੇਖਣ ਵਾਲਾ, ਪੇਖਣ ਸੁਣਨ ਸੁਣਾਵਨੋ, ਮਨ ਮੈਂ ਦ੍ਰਿੜਿਆ ਸਾਚ, ਪੂਰ ਰਹਿਓ ਸਰਬੱਤਰ ਮੈਂ, ਨਾਨਕ ਹਰ ਰੰਗ ਰਾ। ਅਸਲ ਵਿੱਚ ਪਾਪ ਕਰਨ ਵਾਸਤੇ ਇੱਕ ਗੱਲ ਤੇ ਪੱਕੀ ਪਹਿਲੇ ਮੰਨਣੀ ਪੈਂਦੀ ਹੈ ਕਿ ਰੱਬ ਕੋਈ ਨਹੀਂ ਵੇਖਦਾ। ਫਿਰ ਦੂਜੀ ਗੱਲ ਇਹ ਹੋਵੇਗਾ ਤੇ ਦੂਰ ਹੋਵੇਗਾ, ਤੀਜਾ ਹੈ ਹੀ ਕੋਈ। ਪਾਪ ਕਰਨ ਵਾਸਤੇ ਮੰਨਣਾ ਪੈਂਦਾ ਹੈ ਕਿ ਰੱਬ ਨਹੀਂ ਵੇਖਦਾ, ਰੱਬ ਨਾਲ ਨਹੀਂ। ਤੇ ਜੇਕਰ ਇਹ ਮੰਨ ਲਿਆ ਉਹ ਤੇ ਨਾਲ ਖਲੋਤਾ। ਧੰਨ ਗੁਰੂ ਅਰਜਨ ਦੇਵ ਫਰਮਾਉਂਦੇ ਨੇ, ਸਾਜਣੜਾ ਮੇਰਾ ਸਾਜਣੜਾ, ਨਿਕਟ ਖਲੋਏੜਾ ਮੇਰਾ ਸਾਜਣੜਾ। ਜਾਨੀਅੜਾ ਹਰ ਜਾਨੀਅੜਾ, ਨੈਣ ਅਲੋਏੜਾ ਜਾਨੀਅੜਾ, ਉਹ ਤੇ ਨਾਲ ਹੈ। ਸਾਧ ਸੁਣਦਾ, ਇਹ ਨਹੀਂ ਕਿ ਸਵੇਰੇ ਅੰਮ੍ਰਿਤ ਵੇਲੇ ਹੀ ਸੁਣਦਾ, ਦੁਪਹਿਰ ਨਹੀਂ ਸੁਣਦਾ, ਰਾਤੀ ਨਹੀਂ ਸੁਣਦਾ। ਸਾਧ ਸੁਣਦਾ, ਸਾਧ ਵੇਖਦਾ। ਕਿਉਂ ਮੁੱਕਰ ਪਾਇਆ ਜਾਏ? ਮੁੱਕਰਿਆ ਕਿਵੇਂ ਜਾਏ? ਲੂ ਕਮਾਵੇਂ ਕਿਸ ਤੇ ਜਾਂ ਵੇਖੈ ਸਦਾ ਹਜ਼ੂਰ, ਉਹ ਤੇ ਤੇਰੇ ਅੰਦਰ ਬੈਠਾ। ਪਰਮਾਤਮਾ ਨੇੜੇ ਤੋਂ ਨੇੜੇ ਹੈ। ਤੇ ਕਹਿੰਦੇ ਨੇ ਫਿਰ ਚੰਗਾ, ਜਿਹੜਾ ਚੰਗਾ ਹੈ ਨਾ,
ਭਲਾ ਬੰਦਾ, ਕਰਮ ਭਲੇ ਨੇ, ਮਨ ਬਚ ਕਰਮ ਕਰਕੇ ਭਲਾ। ਉਹ ਕਹਿੰਦਾ ਰੱਬ ਨੇੜੇ ਹੋਵੇ, ਮੇਰੀ ਸਹਾਇਤਾ ਕਰੇਗਾ, ਮੈਨੂੰ ਬਚਾਏਗਾ। ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ, ਮੇਰੇ ਸਿਰ ਤੇ ਹੱਥ ਰੱਖੇਗਾ। ਉਹ ਨਾਲ ਹੀ ਚਾਹੀਦਾ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਜੇ ਤੇ ਚੋਰੀ ਕਰਨੀ ਹੋਵੇ ਤਾਂ ਫਿਰ ਗੁਰੂ ਨਾਨਕ ਨਾਲ ਨਹੀਂ ਚਾਹੀਦੇ, ਕਿਤੇ ਦੂਰ ਹੋਣ। ਪਰ ਜੇ ਸੇਵਾ ਕਰਨੀ ਹੈ ਫਿਰ ਤੇ ਨਾਲ ਚਾਹੀਦੇ ਨੇ। ਜੇ ਕਿਤੇ ਗੰਦੇ ਮੰਦੇ ਗੀਤ ਸੁਣਨੇ ਨੇ ਫਿਰ ਗੁਰੂ ਕੋਲ ਨਹੀਂ ਚਾਹੀਦਾ, ਨਹੀਂ ਸੁਣੇ ਜਾਣ। ਪਰ ਜੇ ਕੀਰਤਨ ਕਰਨਾ ਤੇ ਫਿਰ ਤੇ ਕੋਲ ਬੈਠਾ ਹੋਵੇ। ਉਹ ਪ੍ਰਮਾਤਮਾ ਨੇੜੇ ਤੋਂ ਨੇੜੇ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੇਰਾ ਮਾਲਕ ਹੈ ਤੇ ਨੇੜੇ ਤੋਂ ਨੇੜੇ ਹੈ, ਤੂੰ ਤੇ ਮੇਰੇ ਨਾਲ ਹੈ। ਮੈਂ ਜਿੱਥੇ ਬੈਠਾ ਉੱਥੇ ਤੂੰ ਬੈਠਾ, ਤੂੰ ਤੇ ਤੱਤੀ ਲੋਹ ਤੇ ਵੀ ਮੇਰੇ ਨਾਲ ਹੀ ਬੈਠਾ। ਮੈਂ ਇਕੱਲਾ ਨਹੀਂ ਬੈਠਾ, ਮੈਂ ਕਿਵੇਂ ਬੈਠ ਸਕਦਾ? ਤੂੰ ਮੇਰੇ ਸਿਰ ਤੇ ਹੱਥ ਰੱਖਣਾ, ਤੂੰ ਹਰ ਵੇਲੇ ਮੇਰੇ ਅੰਗ ਸੰਗ ਹੈ। ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਣ ਕੇ ਹੈ ਸੰਗ। ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੂ ਹਰ ਰੰਗ। ਬਲਕਿ ਤੂੰ ਤੇ ਇੰਨਾ ਹੈ, ਮੈਂ ਨਹੀਂ ਬੋਲਦਾ ਨਾਲ ਤੂੰ ਬੋਲਣਾ। ਮੈਂ ਨਹੀਂ ਜਪਦਾ ਤੂੰ ਜਪਦਾ ਹੈ, ਮੈਂ ਨਹੀਂ ਸੇਵਾ ਕਰਦਾ ਨਾਲ ਤੂੰ ਕਰਵਾਉਂਦਾ ਹੈ। ਤੂੰ ਮੇਰੇ ਅੰਗ ਸੰਗ ਹੈ ਤੇ ਮੈਂ ਤੁਹਾਡਾ ਚੇਲਾ, ਮੇਰੇ ਤੇ ਕਿਰਪਾ ਕਰੋ। ਉਹ ਪ੍ਰਭ ਨੂੰ ਪ੍ਰਮਾਤਮਾ ਮੇਰਾ ਮਾਲਕ ਹੈ, ਨੇੜੇ ਤੋਂ ਨੇੜੇ ਹੈ। ਮੈਂ ਤੁਹਾਡੀ ਚਰਨ ਸ਼ਰਨ ਵਿੱਚ ਹਾਂ। ਸ਼ਰਨ ਦਾ ਭਾਵ ਨੂੰ ਸਮਝ ਲੈਣਾ। ਇਹ ਕਹਿ ਲੈਣਾ ਕਿ ਚਲੋ ਅਰਦਾਸ ਕਰ ਲੈਣੇ ਆ, ਜੇ ਕੰਮ ਹੋ ਗਿਆ, ਨਹੀਂ ਤੇ ਫਿਰ ਆਪ ਕਰ ਲਾਂਗੇ। ਇਹ ਚਰਨ ਸ਼ਰਨ ਨਹੀਂ। ਮੱਥਾ ਵੀ ਟੇਕ ਲਿਆ, ਹਉਮੈ ਵੀ ਟਿਕੀ ਰਹੀ, ਚਰਨ ਸ਼ਰਨ ਨਹੀਂ। ਭਗਤੀ ਭਾਵ ਵਿੱਚ ਇੱਕ ਬੜੀ ਸੁੰਦਰ ਕਥਾ ਹੁੰਦੀ। ਭਗਵਾਨ ਪ੍ਰਸ਼ਾਦਾ ਛਕ ਰਿਹਾ, ਸ਼ਿਕਾਰੀ ਹੈ, ਪਤਨੀ ਤੇ ਦੌੜ ਪਏ, ਬੁਰਕੀ ਵਿੱਚੇ ਛੱਡੀ। ਕਹਿਣ ਲੱਗੇ ਕੀ ਗੱਲ ਹੋਈ? ਕਦੀ ਇੰਝ ਨਹੀਂ ਕੀਤਾ। ਕਹਿਣ ਲੱਗੇ ਮੇਰੇ ਭਗਤ ਨੂੰ ਕੁਝ ਬੰਦੇ ਮਾਰ ਰਹੇ, ਮੈਂ ਬਚਾਉਣ ਚੱਲੇ। ਉਹ ਖਲੋਤਾ, ਉਹ ਕਹਿੰਦਾ ਪ੍ਰਮਾਤਮਾ ਰਾਖਾ, ਮੈਂ ਪ੍ਰਮਾਤਮਾ ਦੀ ਸ਼ਰਨ ਵਿੱਚ ਆ। ਗਏ ਤੇ ਥੋੜੀ ਦੇਰ ਥੋੜੇ ਵਾਪਸ ਆ ਗਏ। ਕਹਿਣ ਲੱਗੇ ਬਸ ਹੋ ਗਈ ਰੱਖਿਆ, ਆ ਗਏ। ਕਹਿਣ ਲੱਗੇ ਹੁਣ ਉਹਨੇ ਵੀ ਪੱਥਰ ਚੁੱਕ ਲਿਆ, ਹੁਣ ਆਪੇ ਕਰ ਲਏਗਾ, ਮੇਰਾ ਆਸਰਾ ਛੱਡ ਦਿੱਤਾ। ਚਰਨ ਸ਼ਰਨ ਦਾ ਅਰਥ ਇੱਕੋ ਹੀ ਹੈ ਕਿ ਦਾਤਾ ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਉੱਥੇ ਪ੍ਰਮਾਤਮਾ ਅੰਗ ਸੰਗ ਹੁੰਦਾ। ਇੱਕ ਕਥਾ ਆਉਂਦੀ ਸਿੱਖ ਇਤਿਹਾਸ ਵਿੱਚ ਕਿ ਦਿਖਾਏ ਮਹਾਰਾਜ ਇੱਕ ਚਿੱਠੀ ਲਿਖਦੇ ਹੋ। ਕਹਿਣ ਲੱਗੇ ਕਿਸ ਨੂੰ? ਕਹਿਣ ਲੱਗੇ ਸੁਲੀ ਖਾਨ, ਸਮਝਾਓ। ਕਹਿਣ ਲੱਗੇ ਉਹ ਤੇ ਨਹੀਂ ਲਿਖਣੀ, ਉਹ ਤੇ ਮੁਆਫੀਨਾਮਾ ਹੋਵੇਗਾ। ਕਹਿਣ ਲੱਗੇ ਚਿੱਠੀ ਨਹੀਂ, ਦੋ ਬੰਦੇ ਹੀ ਭੇਜੋ। ਕਹਿਣ ਲੱਗੇ ਉਹ ਵੀ ਤੇ ਉਹੀ ਗੱਲ ਹੈ, ਫਿਰ ਕੋਈ ਤਿਆਰੀ ਕਰੀਏ, ਕੀ ਕਰੀਏ? ਕਹਿਣ ਲੱਗੇ ਕਰ ਲਈਏ ਜਿਸ ਦੀ ਸ਼ਰਨ ਵਿੱਚ ਆ। ਪ੍ਰਥਮੇ ਮਤਾ, ਜੇ ਪੱਤਰੀ ਚਲਾ, ਪੱਤਰੀ ਚਿੱਠੀ, ਪ੍ਰਥਮੇ ਮਤਾ ਪਹਿਲਾ ਮਤਾ ਹੋਇਆ। ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨਕ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਤੇ ਉਪਾਅ ਕਿਹੜਾ? ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕहीं ਨਾ ਪਹੁੰਚੇ, ਸੁਲਹੀ ਹੋਏ ਮੁਆ ਨਾ ਪਾਕ। ਕਾਟ ਕੁਠਾਰ ਖਸਮ ਸਿਰ ਕਾਟਿਆ, ਖਿਨ ਮੈਂ ਹੋਏ ਗਿਆ ਹੈ ਖਾਕ। ਤੇਰਾ ਭਰੋਸਾ ਪਿਆਰਿਆ ਨਾ ਜਾਣਾ ਵੇਸਾ, ਤੂੰ ਮੇਰਾ ਮਾਲਕ ਹੈ, ਮੈਂ ਤੇਰੀ ਚਰਨ ਸ਼ਰਨ ਵਿੱਚ ਹਾਂ, ਮੈਂ ਤੁਹਾਡਾ ਸਿੱਖ ਹਾਂ। ਚੇਲਾ, ਚੇਰੇ ਦਾ ਅਰਥ ਹੁੰਦਾ ਚੇਲਾ, ਦਾਸ, ਸੇਵਕ। ਮੈਂ ਤੁਹਾਡਾ ਸੇਵਕ ਹਾਂ। ਅੱਗੇ ਸ਼ਬਦ ਦਾ ਵਿਸਥਾਰ ਹੈ, ਆਓ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੋਰਠ ਰਾਗ ਵਿੱਚ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਇਹ ਉਹਨਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ। ਅੰਤਰ ਕੀ ਗਤ ਤੁਮ ਹੀ ਜਾਨੀ, ਤੁਝ ਹੀ ਪਾਹੇ ਨਬੇਰੂ। ਇਹ ਅਸਲ ਫੈਸਲਾ ਨਵੇੜਾ ਹੈ ਨਾ, ਜਿਹੜੇ ਮੇਰੇ ਕਰਮਾਂ ਦਾ, ਇਹ ਤੇ ਹੋਣਾ ਤੁਹਾਡੇ ਪਾਸ ਹੀ।
ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਈ। ਨਵੇੜਾ ਹੋਣਾ ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ। ਇਹ ਤੇ ਤੇਰੇ ਸਾਹਮਣੇ ਆਉਣਾ ਹੀ ਪੈਣਾ, ਨਵੇੜਾ ਹੋਣਾ ਤੁਹਾਡੇ ਕੋਲ। ਤੇ ਬਾਕੀ ਜੋ ਦੁਨੀਆ ਬਾਹਰ ਵੇਖਦੀ ਹੈ ਇਹ ਤੇ ਮਸਲਾ ਨਹੀਂ, ਅੰਦਰ ਦੀ ਹਾਲਤ ਤੇ ਮੇਰੀ ਤੁਸੀਂ ਜਾਣਦੇ ਹੋ। ਜੀਵਨ ਕੁਛ ਅੰਦਰ ਹੈ ਕੁਛ ਬਾਹਰ ਹੈ, ਕੁਛ ਐਸਾ ਹੈ ਜੋ ਨਹੀਂ ਦਿਸਦਾ ਗੁਪਤ ਹੈ, ਤੇ ਕੁਛ ਐਸਾ ਦਿਸਦਾ। ਮਸਲਨ ਮਕਾਨ ਦਿਸਦਾ, ਨੀਹਾਂ ਨਹੀਂ ਦਿਸਦੀਆਂ, ਪਰ ਉੱਚਾ ਮਹੱਲ ਜਿਹੜਾ ਖਲੋਤਾ ਕਿਸ ਦੇ ਆਸਰੇ ਹੈ, ਜੋ ਨਹੀਂ ਦਿਸਦਾ। ਰੁੱਖ ਦਿਸਦਾ, ਜੜ੍ਹਾਂ ਗੁਪਤ ਨੇ ਨਹੀਂ ਦਿਸਦੀਆਂ। ਸਾਡਾ ਤਨ ਦਿਸਦਾ, ਸਾਡਾ ਮਨ ਨਹੀਂ ਦਿਸਦਾ, ਆਤਮਾ ਨਹੀਂ ਦਿਸਦੀ। ਇਹ ਸਰੀਰ ਦਿਸਦਾ, ਜੀਵ ਆਤਮਾ ਨਹੀਂ ਦਿਸਦੀ, ਮਨ ਨਹੀਂ ਦਿਸਦਾ। ਤੇ ਹੈ ਜੀਵਨ ਜਿਹੜਾ ਉਹ ਜੜ 'ਚ ਹੈ। ਮਕਾਨ ਨੀਹਾਂ ਹਿੱਲ ਜਾਣ ਤੇ ਛੱਤ ਗਿਰ ਜਾਏ, ਉਸੇ ਵੇਲੇ ਜੜ੍ਹਾਂ ਸੁੱਕ ਜਾਣ ਤੇ ਰੁੱਖ ਸੁੱਕ ਜਾਏ, ਅੰਦਰੋਂ ਜੀਵ ਆਤਮਾ ਨਿਕਲ ਜਾਂਦੀ, ਸਰੀਰ ਢਹਿ ਪੈਂਦਾ। ਬੜਾ ਸੁੰਦਰ ਇੱਕ ਬਚਨ ਹੈ, ਪੰਚ ਬੈਲ ਗੱਡੀਆ ਦੇ ਧਾਰੀ, ਰਾਮ ਕਲਾ ਨਿਵਹਿ ਪਤ ਸਾਰੀ, ਧਰ ਟੂਟੀ ਗਾਡੋ ਸਿਰ ਭਾਰ, ਲੱਕੜੀ ਬਿਖਰ ਪਰੀ ਮੰਝ ਬਾ। ਇਹ ਗੱਡੇ ਨੂੰ ਗਿਆ ਇੱਕ ਬੈਲ ਗੱਡਾ ਜਿਵੇਂ, ਜਦੋਂ ਉਹਦਾ ਧੁਰਾ ਟੁੱਟ ਜਾਏ ਤੇ ਫਿਰ ਸਿਰ ਪਰਨੇ ਗੱਡਾ ਡਿੱਗ ਪੈਂਦਾ, ਫਟੀਆਂ ਖਿਲਰ ਜਾਂਦੀਆਂ ਨੇ। ਆਸਰਾ ਜਿਹੜਾ ਅੰਦਰ ਹੈ ਨਾ, ਜੀਵਨ ਜਿਹੜਾ ਹੈ ਉਹ ਅੰਦਰ ਹੈ। ਅਸੀਂ ਗੱਲ ਬਾਅਦ ਵਿੱਚ, ਮੈਂ ਬੋਲਦਾ ਪਹਿਲਾਂ ਨਹੀਂ, ਪਹਿਲੋਂ ਕੁਛ ਅੰਦਰ ਹੈ। ਉਹ ਪਰਾ ਤੋਂ ਬਾਣੀ ਅਠੀ, ਪਰਾ ਤੋਂ ਪਸੰਤੀ ਬਣੀ, ਪਸੰਤੀ ਤੋਂ ਮਧਮਾ ਬਣੀ, ਮਧਮਾ ਤੋਂ ਬੈਖਰੀ ਬਣ ਕੇ ਬਾਹਰ ਆ ਗਈ। ਸੋਚਿਆ ਜਾਂਦਾ ਪਹਿਲੋਂ, ਫਿਰ ਬੋਲਿਆ ਜਾਂਦਾ। ਪਹਿਲੇ ਸੋਚਿਆ ਜਾਂਦਾ, ਫਿਰ ਕਰਮ ਕੀਤਾ ਜਾਂਦਾ। ਹੁਣ ਸਾਨੂੰ ਨਹੀਂ ਪਤਾ ਲੱਗਦਾ ਕਿ ਕੋਲ ਬੈਠਾ ਇਹਦੇ ਅੰਦਰ ਕੀ ਹੈ, ਕੀ ਸੋਚਦਾ ਪਿਆ। ਇਹ ਕੋਲ ਬੈਠਾ ਦੁਸ਼ਮਣ ਹੈ ਕਿ ਸੱਜਣ ਹੈ? ਸਤਿਗੁਰੂ ਕਹਿੰਦੇ ਨੇ ਪਰ ਤੈਨੂੰ ਜ਼ਰੂਰ ਪਤਾ, ਤੂੰ ਜਾਣਦਾ। ਮੇਰੇ ਅੰਦਰ ਦੀ ਹਾਲਤ ਤੂੰ ਜਾਣਦਾ ਹੈ ਕਿ ਮੇਰੇ ਅੰਦਰ ਕੀ ਹੈ। ਵਾਕਿਆ ਜੇ ਸਤਿਗੁਰੂ ਦੇ ਸਨਮੁਖ ਹੋ ਕੇ ਸੱਚ ਬੋਲੀਏ, ਸਾਨੂੰ ਵੀ ਕਹਿਣਾ ਪਏਗਾ ਮੇਰੇ ਪਾਤਸ਼ਾਹ, ਜੇ ਤੋਲਣ ਲੱਗਾ ਨਾ ਤੇ ਫਿਰ ਤੇ ਗੱਲ ਮੁੱਕਣੀ ਕੋਈ ਨਹੀਂ। ਗੱਲ ਯਾਦ ਆਈ, ਧੰਨ ਸਨ ਭਾਈ ਗੁਰਦਾਸ ਆਏ ਹਰਿਮੰਦਰ ਸਾਹਿਬ ਤੇ ਹੱਥ ਜੋੜ ਕੇ ਖਲੋ ਗਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਤੁਸੀਂ ਧੰਨ ਹੋ। ਤੇ ਨਾਲ ਕਹਿਣ ਲੱਗੇ ਇੱਕ ਬੇਨਤੀ ਕਰਾਂ? ਕਹਿਣ ਲੱਗੇ ਹਾਂ। ਕਹਿਣ ਲੱਗੇ ਪਾਰਾਵਾਰ ਤੁਹਾਡਾ ਵੀ ਨਹੀਂ ਤੇ ਪਾਰਾਵਾਰ ਸਾਡਾ ਵੀ ਨਹੀਂ। ਤੁਸੀਂ ਵੀ ਬੇਅੰਤ ਹੋ ਪਰ ਘੱਟ ਅਸੀਂ ਵੀ ਨਹੀਂ, ਅਸੀਂ ਵੀ ਬੇਅੰਤ ਹਾਂ। ਹੱਸ ਪਏ ਸਤਿਗੁਰੂ ਤੇ ਰਮਨ ਜਾਣਦੇ ਸਨ। ਬਾਬਾ ਬੁੱਢਾ ਸਾਹਿਬ ਵਰਗੇ ਰਮਨ ਜਾਣਦੇ ਸਨ। ਪਰ ਕੁਛ ਸਿੱਖ ਕਹਿਣ ਲੱਗੇ ਭਾਈ ਜੀ ਕਿਤੇ ਭੰਗ ਪੀ ਕੇ ਆ ਗਏ। ਕਹਿ ਕੀ ਰਹੇ ਹੋ ਕਿ ਸਤਿਗੁਰਾਂ ਨੂੰ ਤੁਸੀਂ ਵੀ ਬੇਅੰਤ ਹੋ, ਅਸੀਂ ਵੀ ਬੇਅੰਤ ਹਾਂ, ਤੁਹਾਡਾ ਵੀ ਪਾਰਾਵਾਰ ਨਹੀਂ ਤੇ ਸਾਡਾ ਵੀ ਪਾਰਾ। ਕਹਿਣ ਲੱਗਾ ਜੀ ਸੱਚ ਕਹਿ ਰਹੇ, ਦੱਸੋ ਕਿਵੇਂ? ਸਤਿਗੁਰੂ ਕਹਿਣ ਲੱਗੇ ਸਮਝਾਓ। ਕਹਿਣ ਲੱਗੇ ਮਹਾਰਾਜ ਤੁਹਾਡੇ ਵਰਗਾ ਨਾਥ ਕੋਈ ਨਹੀਂ ਤੇ ਸਾਡੇ ਵਰਗਾ ਅਨਾਥ ਕੋਈ ਨਹੀਂ। ਸਾਡਾ ਵੀ ਪਾਰਾਵਾਰ ਨਹੀਂ। ਸਾਡੇ ਵਰਗਾ ਭਿਖਾਰੀ ਕੋਈ ਨਹੀਂ, ਸਾਡੇ ਮੰਗਣ ਦਾ ਅੰਤ ਨਹੀਂ ਤੇ ਤੁਹਾਡੇ ਵਰਗਾ ਦਾਤਾ ਕੋਈ ਨਹੀਂ। ਤੁਹਾਡੀਆਂ ਦਾ ਦਾਤਾਂ ਦਾ ਪਾਰਾਵਾਰ ਨਹੀਂ ਤੇ ਸਾਡੇ ਮੰਗਣ ਦਾ ਪਾਰਾਵਾਰ ਨਹੀਂ। ਤੋਸੋ ਨਾ ਨਾਥ, ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਇਆਲ ਨਾ ਤੋਸਰ। ਮੇਰੇ ਵਰਗਾ ਗਰੀਬ ਕੋਈ, ਮੇਰੀ ਗਰੀਬੀ ਦਾ ਪਾਰਾਵਾਰ ਨਹੀਂ। ਮੋਸੋ ਨਾ ਦੀਨ ਦਇਆਲ ਨਾ ਤੋਸਰ, ਤੇਰੇ ਵਰਗਾ ਦਿਆਲ ਕੋਈ ਨਹੀਂ। ਮੋਸੋ ਬੇਕਾਰੀ ਨਾ ਤੋਸੋ ਉਪਕਾਰੀ, ਮੇਰੇ ਵਰਗਾ ਬੇਕਾਰੀ ਕੋਈ ਨਹੀਂ, ਤੁਹਾਡੇ ਵਰਗਾ ਪਰਉਪਕਾਰੀ। ਮੋਸੋ ਨਾ ਪਤਤ ਨਾ ਪਾਵਨ ਤੋਸਰ, ਮੋਸੋ ਬੇਕਾਰੀ ਨਾ ਤੋਸੋ ਉਪਕਾਰੀ। ਮੇਰੇ ਹੈ ਅਵਗਣ, ਮੇਰੇ ਅਵਗਣਾਂ ਦਾ ਪਾਰਾਵਾਰ ਨਹੀਂ ਤੇ ਤੁਹਾਡੇ ਗੁਣਾਂ ਦਾ ਪਾਰਾਵਾਰ ਨਹੀਂ। ਤੁਸੀਂ ਵੀ ਬੇਅੰਤ ਹੋ, ਅਸੀਂ ਵੀ ਬੇਅੰਤ ਹਾਂ।
मेरे हैं अवगन तू गुण सागर जा तेरे सातल ओट ते हारी। असी ते नरकां दा रस्ता फड़िया, लेकिन तुसी तारदे हो जेता समुंद सागर नीर भरिया। तेते अवगन हमारे जे को पुछे किन्ने किन्ने अवगन ये सागर दा पानी धोल लै, मिल लै किन्ना के बस इन्ने ने, पर तेरी बख्शिश भी तो इन्नी है। जदों तू बख्शण लगना इक्को वारी एक छिन विच बख्शना। मैं प्रमाण बाणी दा दे दिया, कोट खते करोड़ां गुणा होण ते बख्शण लग्या खिन बख्शण हार। एक छिन विच जा तेनू बख्शिया। तारन लग्या टाइम किन्ना क लाउंदा है, कोई साल लाउंदा नहीं। अजामल पापी जग जाने निमख माहे निस्तारा। तू जदों बख्शिश करदा दाता, मेहर करदा बख्श लैना। वैसे जो अंदर दी हालत है, बाहरों लिशके पुछके हाँ पर अंदरों तो ढट्ठे पे हैं। एक पंक्ति है जिहड़ी सज्जन ठग नूं कही सी, कोठे मंडप माड़ियां पासों चितवियां बड़ियां चितरियां। भी महल बड़ा सोहना होएगा, जदों को अंदर गया नाराज हो गया, वह अंदरों तो ठट्ठा पे। ठट्ठियां कामना आमनी विचों सखणियां। दाता अंदर दी मेरी जिहड़ी हालत है वह दशा ते तुसी जाणदे हो। अंदर दी हालत तुसी जाणदे हो तो नवेड़ा होना तुहाडे कोल। ये पंड लैके मैं आउणी है तुहाडे कोल, ते जदों खुली मैनू पता है इस दे विच की है। इत्थे बड़ी बरीकी नाल एक गल विचारन वाली है। हिसाब की गल भी कीती है, लेखे दी ते बख्शिश की गल भी कीती है। दोवें ने श्री गुरु ग्रंथ साहब। हिसाब की जिथे गल आ गई है ना, उत्थे कहा उथे सच्चे ही सच निबड़े। सचो ही सच पढ़ जाने हो पाठ नहीं इंज है। उथे सच्चे ही सच निबड़ा। चुन वख कड्डे जज मालिया, थां न पान कूड़ियार मुँह काले दोजक चाले। पता नहीं लेखा है कि नहीं। हद हो गई। गुरु नानक देव ते भरोसा नहीं। कहते ने नानक जी उपाय कै लिखना मैं धर्म बहालिया। धर्म राय नूं हुक्म है बस साचा धर्म विचार। ਉਹਦੇ दरबार ਵਿੱਚ ਉਹਦਾ नौकर है, उसका सेवक है धर्मराज। विचार करदा लेखा तो है, कहते ने लेखा देना सुहेला पर है बड़ा सौखा। जे दिल की पवित्रता होवे सौखा, ते जे दिल की मलीनता होवे ते बहुत औखा। कबीर लेखा देना सुहेला, जो दिल सूची होए उस साचे दी बाण में पल्ला ना पकड़े कोई। सिफारिश कोई नहीं जे चलनी, ना रिश्वत कोई चलनी है। उत्थे ते सच है। धन गुरु नानक देव सच कहते। वो कहते ने हिंदू वड्डे कहने मुसलमान, वो कहते अमल। ना हिंदू वड्डा ना मुसलमान। बाबा आखे हाजियां शुभ अमलां बाजों दोनों रोई। हिंदू मुसलमान दो दरगाह अंदर लैन ना टोई। फरीदा वो कहते ने बाबा फरीद कहते ने गवाह तेरे नाल ने। किहड़े नाल ने? कहते ने फरीदा अमल जे कीते दुनी विच से दरगाह उगाह तेरे अमल नाल खड़े होणगे। इसे लई सतपुरुष कहते ने अरदास करन तो पहले कम कर लै। शायद सोचते होइए इशनान कर लईए, अरदास करनी है, हाथ धो लईए, मूँह धो लईए। मुसलमान कहते ने वुजू कर लो। हथ पैर मूँह असी ਉਹਦਾ ਨਾਂ ਪੰਜ ਇਸ਼ਨਾਨਾ ਪਾ ਲਿਆ कि एक इशनान की करना पंज कर लो। आलसी बंदा हो जाए तो फिर बड़े राह कढ़ लेंदा। ये कर लीए पर लेकिन गुरु साहब एक गल होर कहते ने। वो कहते ने गवाह कोल खलोते ने अरदास केड़ा मूँह लैके करेंगा। कहते ने अरदास किवें करेंगा? क्या मूँह लैके चाहे अरदास पाप पुण्य दो साखी पास। जिन्ने पाप कीते ने कोल खलोते वैसे सानू भुल गया। पर एक तुहाडे चरनां च बेनती करा,
ਜੋ ਇੱਕ ਵਾਰੀ ਜਦੋਂ ਦੀ ਅੱਖਾਂ ਖੋਲੀਆਂ ਨੇ ਵੇਖ ਲਿਆ ਨਾ, ਉਹ ਭੁੱਲ ਨਹੀਂ ਜੇ ਸਕਦਾ। ਜੋ ਵੇਖਿਆ ਉਹ ਯਾਦ ਆ, ਜੋ ਸੁਣ ਲਿਆ ਨਾ ਇੱਕ ਵਾਰੀ ਇਹ ਯਾਦ। ਇਸ ਲਈ ਕਹਿੰਦੇ ਨੇ ਸਮਝ ਕੇ ਹੀ ਸੋਹਣੇ, ਭੁੱਲਣਾ ਬੜਾ ਮੁਸ਼ਕਲ। ਜੋ ਤੇਰੇ ਕੰਨਾਂ 'ਚ ਪੈ ਗਿਆ ਇਹ ਭੁੱਲਣਾ ਨਹੀਂ, ਮੰਦਾ ਵੀ ਨਹੀਂ ਭੁੱਲਣਾ ਤੇ ਚੰਗਾ ਵੀ ਨਹੀਂ ਭੁੱਲਣਾ। ਜੋ ਤੂੰ ਇੱਕ ਵਾਰੀ ਵੇਖ ਲਿਆ ਇਹ ਤੈਨੂੰ ਯਾਦ ਰਹਿਣਾ, ਜੋ ਤੂੰ ਇੱਕ ਵਾਰੀ ਚੱਖ ਲਿਆ ਤੈਨੂੰ ਯਾਦ ਰਹਿਣਾ। ਇੰਦਰੀਆਂ ਰਾਹੀਂ ਜੋ ਗਿਆ ਉਹ ਯਾਦ ਹੈ। ਹਾਂ ਕਈ ਵਾਰੀ ਕਹਿੰਦੇ ਭੁੱਲ ਗਿਆ, ਨਹੀਂ ਅਚੇਤ ਮਨ ਵਿੱਚ ਜਾ ਪਿਆ। 50 ਸਾਲ ਬਾਅਦ ਗੱਲ ਯਾਦ ਆ ਜਾਂਦੀ ਹੈ, ਇਹ ਕਿੱਥੇ ਪਈ ਰਹੀ ਹੈ। ਕਬੀਰ ਜੇਤੇ ਪਾਪ ਕੀਏ ਰੱਖੈ ਤਲੇ ਦੁਹਰਾਏ, ਪ੍ਰਗਟ ਪਏ ਨਿਦਾਨ ਸਭ ਜਬ ਪੁੱਛੇ ਧਰਮਰਾਜ। ਉਹ ਸਾਰੇ ਹੀ ਉੱਠ ਕੇ ਖਲੋ ਗਏ ਕਿ ਅਸੀਂ ਗਵਾਹ ਹਾਂ। ਦਾਤੇ ਪਾਪ ਤੇ ਬਹੁਤ ਨੇ। ਗੁਰੂ ਸਾਹਿਬ ਕਹਿੰਦੇ ਨੇ ਭਾਈ ਗੱਲ ਐਸੀ ਹੈ, ਜਦੋਂ ਮੁਆਫ ਕਰਦਾ ਹੈ ਨਾ, ਬਖਸ਼ਿਸ਼ ਕਰਦਾ ਹੈ, ਪਿੱਛਾ ਨਹੀਂ ਵੇਖਦਾ। ਉਹ ਮਾਲਕ ਐਸਾ ਹੈ, ਉਹ ਕਹਿੰਦਾ ਅੱਗੋਂ ਛੱਡਣ ਵਾਸਤੇ ਤਿਆਰ ਹੈ ਕਿ ਨਹੀਂ। ਜੇ ਤੇ ਤੂੰ ਇਹ ਕਰੇ ਕਿ ਆਗੇ ਸਮਝ ਚੱਲੋ ਨੰਦ ਲਾਲਾ, ਜੋ ਪੀਤੀ ਸੋ ਬੀਤੀ, ਪਿਛਲੇ ਅਵਗਣ ਬਖਸ਼ ਲੈ ਪ੍ਰਭ ਆਗੇ ਮਾਰਗ ਭਾਵ। ਅਸਲ ਵਿੱਚ ਉਹ ਚਾਹੁੰਦਾ ਮੇਰਾ ਬੱਚਾ ਸੁਧਰ ਜਾਏ, ਅਸੀਂ ਉਸਦੇ ਹਾਂ। ਅੱਗੋਂ ਜੇਕਰ ਤੋਬਾ ਕਰ ਜਾਈਏ, ਅੱਗੋਂ ਕਹੀਏ ਦਾਤਾ ਤੇਰੇ ਆ ਛੱਡੇ, ਤੇ ਫਿਰ ਕਹਿੰਦਾ ਪਿਛਲੇ ਬਖਸ਼ੇ। ਜੇ ਤੂੰ ਅੱਗੋਂ ਛੱਡੇ, ਅੱਗੋਂ ਛੱਡੇ ਤੇ ਪਿਛਲੇ ਤੇਰੇ ਮੈਂ ਬਖਸ਼ੇ, ਮੈਂ ਤੈਨੂੰ ਮੁਆਫ ਕੀਤਾ। ਦੁਨੀਆਦਾਰਾਂ ਵਿੱਚ ਤੇ ਗੁਰੂ 'ਚ ਇੱਕ ਫਰਕ ਆ। ਇੱਥੇ ਮੈਂ ਵੇਖਿਆ ਮੁਆਫੀ ਕੋ ਮੰਗ ਲਵੇ ਨਾ, ਦਿਲੋਂ ਮੁਆਫ ਕੋਈ ਨਹੀਂ ਜੇ ਕਰਦਾ ਤੇ ਪੰਡਣੀ ਉਹਦੀ ਰੱਜ ਕੇ ਹੁੰਦੀ। ਇਹਨੇ ਮੁਆਫੀ ਮੰਗੀ, ਇਹਨੇ ਮੁਆਫੀ ਮੰਗੀ, ਪਰ ਮੈਂ ਹੈਰਾਨ ਹਾਂ ਸੱਤੇ ਬਲਵੰਡ ਨੇ ਮੁਆਫੀ ਮੰਗੀ। ਮੈਂ ਕਹਿੰਦਾ ਘਟਨਾ ਨਾ ਘਟਦੀ ਸ਼ਾਇਦ ਅੱਜ ਉਹਨਾਂ ਦੀ ਬਾਣੀ ਨਾ ਇੱਥੇ ਹੁੰਦੀ। ਮੁਆਫੀ ਵੀ ਉਹਨਾਂ ਮਨੋਂ ਮੰਗੀ ਤੇ ਦੇਣ ਵਾਲੇ ਨੇ ਵੀ ਦਿਲੋਂ ਦਿੱਤੀ। ਕਿਹਾ ਹਾਂ ਆਓ ਭਾਈ, ਜਿਸ ਮੁਖਾਰ ਬਿੰਦ ਚੋਂ ਗੁਰੂ ਦੀ ਨਿੰਦਾ ਕੀਤੀ ਹੁਣ ਸਿਫਤ ਕਰੋ। ਕਹਿਣ ਲੱਗੇ ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋਖੀਮ ਦੇ। ਉਹਦੇ ਬੋਲ ਕਿਵੇਂ ਜੋਖੇ ਜਾਣ, ਜਿਹਦਾ ਨਮਣਾ ਕਰਤਾ ਕਰਤਾਰ ਕਰੇ, ਕਿਵੇਂ ਤੋਲੇ ਜਾਣ। ਜੋਖਣਾ ਤੋਲਣਾ। ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋਖੀਮ ਦੇ। ਦੇ ਗੁਣਾ ਸਤ ਭੈਣ ਭਰਾਮ ਹੈ, ਪਰ ਅੰਗਤ ਦਾਨ ਪੜੀਮ ਦੇ। ਪਹਿਲੋਂ ਕਹਿੰਦੇ ਸਨ ਮਰਦਾਨਾ ਨਾਲ ਰਬਾਬ ਵਜਾਉਂਦਾ ਤੇ ਕੌਣ ਪੁੱਛਦਾ ਸੀ। ਹੁਣ ਕਹਿੰਦੇ ਨਹੀਂ, ਮਰਦਾਨੇ ਨਹੀਂ, ਨਾਨਕ ਰਾਹ ਚਲਾਇਆ ਸੱਚ ਕੋਟ ਸਤਾਣੇ ਨੀਮ ਦੇ। ਉਹਨਾਂ ਦੀ ਬਾਣੀ ਲਿਖੇ ਗਏ। ਭਾਈ ਗੁਰਦਾਸ ਜੀ ਨੇ ਉਹ ਦੂਸਰਾ ਪੱਖ ਵੀ ਲਿਆ। ਕਹਿੰਦੇ ਨੇ ਦੁਆਈ ਰੱਬ ਦੇ, ਬੰਦਾ ਬੰਦੇ ਨੂੰ ਮੁਆਫ ਨਹੀਂ ਕਰਦਾ। ਜੈਸੇ ਘਾਉ ਘਾਇਲ ਕੋ ਜਤਨ ਕੇ ਨੀਕੇ ਹੋਤ, ਪੀਰ ਮਿਟ ਜਾਤ ਲੀਕ ਮਿਟਤ ਨ ਪੇਖੀ। ਜ਼ਖਮ ਲੱਗ ਗਿਆ, ਪੀੜਾ ਤੇ ਮੁੱਕ ਜਾਂਦੀ ਹੈ, ਉਹ ਲੀਕ ਰਹਿੰਦੀ ਹੈ ਕਿ ਆਹ ਜ਼ਖਮ ਲੱਗਾ ਸੀ। ਜੈਸੇ ਫਾਟੋ ਅੰਬਰੋ ਸਿਆਏ ਪੁਨਿਓਡੀਅਤ, ਫਟਿਆ ਕੱਪੜਾ ਰਫੂ ਕਰਾ ਲਓ। ਨਾਂਗੋ ਤਾਂ ਨਾ ਹੋ, ਬੰਦਾ ਨੰਗਾ ਤੇ ਨਹੀਂ ਹੁੰਦਾ, ਤਾਂ ਉੱਥੇ ਗਰੀ ਪ੍ਰੇਖੀ ਹੈ, ਉਹ ਟਾਂਕਾ ਨਜ਼ਰ ਆਉਂਦਾ। ਜੈਸੇ ਟੂਟੋ ਬਾਸਨ ਸਵਾਰ ਦੇਤਾ ਹੈ ਠਠੇਰੋ, ਟੁੱਟ ਗਿਆ ਭਾਂਡਾ ਠਠੇਰ ਉਹਨੂੰ ਸਵਾਰ ਦਿੰਦਾ, ਟਾਂਕਾ ਲਾ ਦਿੰਦਾ। ਗਿਰਤ ਨਾ ਪਾਣੀ, ਪਾਣੀ ਤੇ ਨਹੀਂ ਗਿਰਦਾ, ਪਰ ਉਹ ਟਾਂਕਾ ਨਜ਼ਰ ਆਉਂਦਾ। ਪੈ ਗੰਠੀਲੋ ਪੇਖ ਪੇਖੀਏ ਤੈਸੇ, ਕਹਿੰਦੇ ਨੇ ਦੁੱਖ ਦੇਖ ਤੈਸੇ ਦੁੱਖ ਦੇਖ ਚਰਨ ਸ਼ਰਨ ਗੁਰ। ਪੈ ਕਹਿੰਦੇ ਨੇ ਮਿਟਤ ਨਾ ਰੇਖ ਪੈ ਕਲੰਕ ਪੇਖੀਐ, ਬੇਸ਼ੱਕ ਤੈਸੇ ਗੁਰ ਚਰਨ ਬੇਮੁਖ ਦੁੱਖ ਦੇਖ ਪੁਨ। ਸ਼ਰਨ ਗਏ ਪੁਨੀਤ ਪੈ ਕਲੰਕ ਪੇਖੀਐ, ਪੁਨੀਤ ਵੀ ਪਵਿੱਤਰ ਹੋ ਗਏ। ਫੇਰ ਕਹਿੰਦੇ ਆ ਸੱਤਾ ਬਲਵੰਡ ਜਿਹੜੇ ਸਨ ਫਟਕਾਰੇ ਗਏ। ਗੱਲ ਫੇਰ ਉੱਥੋਂ ਸ਼ੁਰੂ ਕਰਨੇ ਆ। ਮੈਂ ਇੱਕ ਬੇਨਤੀ ਜ਼ਰੂਰ ਕਰਨਾ, ਜ਼ਿਆਦਾ ਨਾ ਮਸਾਲੇ ਲਾ ਕੇ ਪਿੱਛੇ ਦਾ ਜ਼ਿਕਰ ਨਾ ਕਰਿਆ ਕਰੀਏ। ਕੌਡਾ ਰਾਕਸ਼ ਕਹੀ ਸੀ, ਉਹਦਾ ਬਾਅਦ ਵਿੱਚ ਵੇਖੀਏ ਕੌਡਾ ਸੰਤ ਬਣ ਗਿਆ ਸੀ, ਉਹ ਸਿੱਖ ਬਣ ਗਿਆ। ਗੁਰੂ ਸਾਹਿਬ ਨੇ ਉਸ ਨੂੰ ਪ੍ਰਚਾਰਕ ਥਾਪਿਆ। ਸੱਜਣ ਠੱਗ ਦਾ ਪਹਿਲਾਂ ਹੀ ਨਾ ਜ਼ਿਕਰ ਕਰੀਏ, ਉਹਦਾ ਬਾਅਦ ਦਾ ਜ਼ਿਆਦਾ ਕਰੀਏ। ਅਸਲ ਵਿੱਚ ਬੁਰੇ ਨੂੰ ਮਨ ਜ਼ਿਆਦਾ ਕਬੂਲਦਾ, ਭਲੇ ਨੂੰ ਬੜਾ ਘੱਟ ਕਬੂਲਦਾ। ਸਾਹਿਬ ਜੀ ਕਹਿੰਦੇ ਨੇ ਯਾਦ ਰੱਖ, ਉਸ ਦੇ ਘਰ ਵਿੱਚ ਦੋਵੇਂ ਹੀ ਕਿਤਾਬਾਂ, ਬਖਸ਼ਿਸ਼ ਦੀ ਵੀ ਹੈ,
ਉਸ ਦੇ ਘਰ ਵਿੱਚ ਨਿਆਂ ਦੀ ਵੀ ਹੈ। ਕਿਹੜੀ ਖੁੱਲ ਜਾਏ, ਇਸ ਲਈ ਕਰਮ ਚੰਗੇ ਘਰ। ਕਰਮਾਂ ਦਾ ਲੇਖਾ ਸਭਨਾ ਕਾ ਦਰ ਲੇਖਾ ਹੋਏ, ਇੱਕ ਦੋ ਚਾਹੁੰਦਾ ਨਹੀਂ। ਸਭਨਾ ਕਾ ਦਰ ਲੇਖਾ ਹੋਏ, ਕਰਨੀ ਬਾਝੋਂ ਤਰੇ ਨਾ ਕੋਏ। ਇੱਥੇ ਕਹਿ ਦਿੱਤਾ ਨਵੇੜਾ ਤੇ ਤੇਰੇ ਕੋਲ ਹੀ ਹੋਣਾ ਹੈ ਨਾ। ਤੇ ਦਾਤਾ ਫਿਰ ਇੱਕ ਕੰਮ ਕਰੀ, ਜਦੋਂ ਆਵਾਂ ਨਾ ਤੇਰੇ ਸਾਹਮਣੇ, ਮਾਂ ਬਣ ਜਾਈ। ਮਾਂ ਕਿਉਂ ਆਖਿਆ ਮਾਂ ਬਣ ਜਾਈ? ਕਹਿੰਦੇ ਨੇ ਮਾਂ ਮੁਆਫ ਕਰ ਦਿੰਦੀ ਹੈ ਸਭ ਕੁਝ, ਜਾਣਦੀ ਹੋਈ। ਸੋਤੇ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇ। ਰਮਈਆ ਹੂੰ ਬਾਰਕ ਤੇਰਾ, ਕਾਹੇ ਨ ਖੰਡ ਸੇ ਅਵਗਣ ਮੇਰਾ। ਇਸਤਰੀ ਜਾਤੀ 'ਚ ਗੁਣ ਹੈ। ਹੁਣ ਮਰਦ ਦਾ ਪਿਤਾ ਤੇ ਉਹ ਤੇ ਚਪੇੜ ਮਾਰਦੇ ਨੇ, 20 ਰੁਪਈਏ ਗਵਾ ਕੇ ਆ ਗਏ ਆ, ਪਰ ਇਸਤਰੀ ਜਾਤੀ 'ਚੋਂ ਧੰਨ ਬੇਬੇ ਨਾਨਕੀ ਹੱਥ ਫੜ ਲੈਂਦੀ ਹੈ, ਕਹਿੰਦੀ ਆ ਚਾਂਦੀ ਦੀਆਂ ਛਿੱਲੜਾਂ ਵਾਸਤੇ। ਕਿਹੜੀ ਭੁੱਲ ਕਿਹੜੀ ਇਹਦੇ ਵਿੱਚ? ਲੰਗਰ ਹੀ ਛਕਾ ਕੇ ਆਏ ਨੇ। ਕਹਿੰਦੇ ਨੇ ਮਾਂ ਬਣ ਜਾਈ, ਉਸ ਵੇਲੇ ਮੈਨੂੰ ਮਾਫ ਕਰ ਦੇਣ, ਨਵੇੜਾ ਤੇਰੇ ਪਾਸ ਹੋਣਾ ਹੈ। ਹਾਂਜੀ। ਬਖਸ਼ ਲੈਹੋ ਸਾਹਿਬ ਪ੍ਰਭ ਆਪਣੇ, ਲਾਖ ਖਤੇ ਕਰ ਫੇਰੂ। ਇਹ ਮੇਰੇ ਮਾਲਕ ਮੈਨੂੰ ਬਖਸ਼ ਲੈਣਾ, ਮੈਂ ਤੇ ਲੱਖਾਂ ਹੀ ਗੁਨਾਹ, ਖਤੇ ਹੁੰਦੇ ਗੁਨਾਹ ਕਰਕੇ ਫੇਰੇ ਇਹ ਚੱਕਰ ਮਾਰੇ ਨੇ ਸੰਸਾਰ ਦੇ। ਜਨਮਿਆ ਮਰਿਆ, ਜਮ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੇ। ਪਰ ਹੁਣ ਇਹ ਨਵੇੜਾ ਕਰਦੇ, ਕਰ ਜੋੜ ਨਾਨਕ ਦਾਨ ਮੰਗੈ, ਜਨਮ ਮਰਨ ਨਿਵਾਰ ਲਿਹੋ। ਹੁਣ ਐਸੀ ਮਤ ਦੇ ਦੇ ਮੈਂ ਤਰ ਜਾਵਾਂ, ਮੇਰਾ ਨਿਸਤਾਰਾ ਹੋ ਜਾਏ। ਕਬੀਰ ਸਾਹਿਬ ਕਹਿੰਦੇ ਨੇ ਫਿਰ ਖੇਤੀ 'ਚ ਨਵੇੜਾ ਕਰ। ਕਿਸਾਨ ਕਹਿੰਦੇ ਇਸ ਨਵੇੜਾ ਕਰ ਦਈਏ, ਘਰ ਦਾਣੇ ਚਲੇ ਗਏ, ਮੁਸ਼ਕਲ ਹੋ ਜਾਣਾ। ਖੇਤ ਹੈ ਸਰੀਰ, ਜਿਉਂਦਿਆਂ ਜਿਹੜਾ ਕਿ ਖੇਤੀ ਕਰੋ ਨਵੇੜਾ, ਜਿਉਂਦਿਆਂ ਸਵਾਸ ਚੱਲਦਿਆਂ ਨਵੇੜਾ ਕਰ ਲੈ, ਜੀਵਨ ਮੁਕਤ ਹੋ ਜਾ। ਇੱਥੇ ਕਿਹਾ ਬਖਸ਼ਿਸ਼ ਕਰੋ, ਮੈਂ ਤੇ ਫੇਰੇ ਹੀ ਮਾਰੇ, ਮੈਂ ਤੇ ਜਨਮ ਮਰਨ ਦੇ ਗੇੜ ਹੀ ਬਣਾਏ, ਪਰ ਤੁਸੀਂ ਬਖਸ਼ਿਸ਼ ਕਰੋ, ਨਵੇੜਾ ਤੁਹਾਡੇ ਕੋਲ ਆ ਕੇ ਹੋਣਾ ਹੈ। ਹਾਂਜੀ। ਪ੍ਰਭ ਜੀ ਤੂੰ ਮੇਰੋ ਠਾਕੁਰ ਨੇਰੋ। ਇਹ ਪ੍ਰਭੂ ਜੀ ਤੁਸੀਂ ਮੇਰੇ ਮਾਲਕ ਹੋ। ਠਾਕੁਰ ਕਹਿੰਦੇ ਨੇ ਮਾਲਕ ਨੂੰ, ਤੇ ਨੇੜੇ ਤੋਂ ਨੇੜੇ ਹਰ ਵੇਲੇ, ਸਭ ਤੋਂ ਨੇ ਹੱਥ ਵੀ ਮੇਰਾ ਦੂਰ। ਹੁਣ ਹੱਥ ਇੱਕ ਐਸਾ ਅੰਗ ਹੈ, ਸਿਰ ਦੁਖੇ ਤੇ ਹੱਥ ਸਿਰ ਤੇ, ਅੱਖ ਨੂੰ ਕੁਝ ਹੋਇਆ ਤੇ ਅੱਖ ਤੇ, ਪੈਰ ਹੈ ਤੇ ਪੈਰ ਤੇ, ਪੇਟ 'ਚ ਕੁਝ ਹੈ ਤੇ ਪੇਟ ਵੱਲ। ਇਹ ਹੱਥ ਨੇੜੇ ਹੈ, ਕੋਈ ਮਾਰਨ ਵੀ ਲੱਗਾ ਤੇ ਹੱਥ ਅੱਗੇ ਬਚਾਉਂਦਾ। ਫਿਰ ਵੀ ਕਹਿੰਦੇ ਨੇ ਹੱਥ ਉੱਠਦਿਆਂ ਦੇਰੀ ਲੱਗਦੀ, ਤੂੰ ਤੇ ਹੱਥ ਤੋਂ ਵੀ ਨੇੜੇ ਹੈ। ਕਹਿ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਉਹ ਪ੍ਰਮਾਤਮਾ ਹੱਥ ਤੋਂ ਵੀ ਨੇੜੇ। ਮੈਂ ਇਸੇ ਲਈ ਜੀਵਨ ਵਿੱਚ ਜੋ ਸਹਿਜ ਵਿੱਚ ਹੁੰਦਾ ਕਿ ਫਿਕਰ ਵਾਲੀ ਗੱਲ ਕੋਈ ਨਹੀਂ, ਪ੍ਰਮਾਤਮਾ ਨਾਲ ਹੈ, ਅੰਗ ਸੰਗ ਹੈ, ਹੱਥ ਤੋਂ ਵੀ ਨੇੜੇ ਹੈ। ਨੇੜੇ ਤੋਂ ਨੇੜੇ, ਜੇ ਕੋਈ ਪੁੱਛੇ ਨਾ ਨੇੜੇ ਦਾ ਰਿਸ਼ਤੇਦਾਰ ਕਿਹੜਾ, ਅਸੀਂ ਬੰਦਿਆਂ ਦਾ ਹੀ ਨਾਂ ਲੈਨੇ। ਸਭ ਤੋਂ ਨੇੜੇ ਕੀ ਹੈ? ਕਦੀ ਕਿਸੇ ਆਖਿਆ ਸਭ ਤੋਂ ਨੇੜੇ ਰੱਬ ਹੈ? ਮੇਰਾ ਪ੍ਰਮਾਤਮਾ ਸਭ ਤੋਂ ਨੇੜੇ, ਉਹ ਨੇੜੇ ਤੋਂ ਨੇੜੇ ਹੈ। ਹਾਂਜੀ। ਹਰ ਚਰਨ ਸਰਣ ਮੋਹਿ ਚੀਰੂ। ਹਰੀ ਮੈਂ ਤੁਹਾਡੀ ਚਰਨ ਸ਼ਰਨ ਵਿੱਚ ਆ, ਮੈਂ ਤੁਹਾਡਾ ਚੇਲਾ, ਮੈਂ ਤੁਹਾਡਾ ਸੇਵਕ ਹਾਂ, ਦਾਸ ਹਾਂ। ਰਹਾਉ। ਹਾਂਜੀ। ਵਿਸ਼ਰਾਮ ਹੈ ਇੱਥੇ ਕਿ ਟਿਕੋ, ਇਸ ਪੰਕਤੀ ਨੂੰ ਪਹਿਲੇ ਸਮਝੋ। ਹਾਂਜੀ। ਬੇਸ਼ੁਮਾਰ ਬੇਅੰਤ ਸੁਆਮੀ। ਇਹ ਦਾਤਾ ਬੇਸ਼ੁਮਾਰ ਦਾ ਅਰਥ ਹੁੰਦਾ ਗਿਣਤੀ। ਬੇਸ਼ੁਮਾਰ ਕੇ ਗਿਣਤੀ ਹੁਣ ਬੰਦੇ ਦੀ ਤੇ ਕਰ ਲਓ। ਬੰਦਿਆਂ ਦੇ ਤੇ ਰੋਮ ਵੀ ਗਿਣ ਦਿੱਤੇ, ਕਹਿਣ ਵਾਲਿਆਂ ਕਹਿ ਦਿੱਤਾ 3.5 ਕਰੋੜ ਰੋਮ ਨੇ, ਆਖਰ ਗਿਣਤੀ ਤੇ ਹੋ ਗਈ ਨਾ। ਇਹਦਾ ਕਦ ਜਿਹੜਾ ਜੀ ਕਿੰਨਾ? ਪਹਿਲੋਂ ਮੰਨਿਆ ਸੀ ਉਹਨਾਂ ਹੱਥਾਂ ਨਾਲ ਕਿਹਾ 3.5 ਹੱਥ। ਹਰ ਬੰਦਾ ਆਪਣਾ ਹੱਥ ਜਿਹੜਾ ਹੈ ਨਾ ਉਹ 3.5 ਹੀ ਬਣਦਾ। ਲੰਬਾ ਹੋਵੇਗਾ ਤੇ ਉਸਦੇ ਹੱਥ ਵੀ ਲੰਬੇ ਹੋਣਗੇ, ਜੇ ਛੋਟਾ ਹੋਵੇਗਾ ਤੇ ਹੱਥ ਵੀ ਛੋਟੇ ਹੋ। ਇਹ ਮਿਣਤੀ ਸੀ। ਹੁਣ ਕਹਿ ਦੇਣਗੇ ਇੰਨੇ ਇੰਚ ਲੰਮਾ, ਇੰਨਾ ਵਜ਼ਨ ਹੈ ਇਸ ਦਾ, ਮਿਣਿਆ ਤੋਲਿਆ ਜਾ ਸਕਦਾ, ਪਰ ਤੇਰਾ ਸ਼ੁਮਾਰ ਕੌਣ? ਕਿੰਨੇ ਅਸੀਂ ਸਵਾਸ ਲੈ ਗਿਣੇ ਜਾ ਸਕਦੇ, ਕਿੰਨੀਆਂ ਗਰਾਹੀਆਂ ਖਾਧੀਆਂ, ਅੰਨ ਕਿੰਨਾ ਖਾਧਾ ਤੋਲਿਆ ਜਾ ਸਕਦਾ, ਕਿੰਨਾ ਪੈਂਡਾ ਕੀਤਾ ਉਹ ਤੁਰਿਆ ਜੋ ਗਿਣਿਆ ਜਾ ਸਕਦਾ, ਪਰ ਤੇਰਾ ਕੌਣ ਗਿਣੇ? ਤੂੰ ਬੇਸ਼ੁਮਾਰ ਹੈ, ਤੂੰ ਬੇਅੰਤ ਹੈ, ਤੇਰਾ ਅੰਤ ਨਹੀਂ, ਤੂੰ ਉੱਚਿਆਂ ਤੋਂ ਉੱਚਾ ਹੈ।
ਤੂੰ ਗੁਣਾ ਤੋਂ ਗਹਿਰਾ, ਗੁਣਾ ਕਰਕੇ ਗਹਿਰਾ। ਕੋਈ ਚੀਜ਼ ਐਸੀ ਵੇਖੀ ਜੇ ਜਿਹੜੀ ਉੱਚੀ ਵੀ ਹੋਵੇ ਤੇ ਨੀਵੀਂ ਵੀ ਹੋਵੇ। ਪਹਾੜ ਉੱਚਾ ਹੈ ਤੇ ਪਹਾੜ ਖੱਡ ਤੇ ਨਹੀਂ ਨਾ, ਨੀਵਾਂ ਤੇ ਨਹੀਂ। ਜੇ ਖੱਡ ਨੀਵੀਂ ਹੈ ਤੇ ਖੱਡ ਉੱਚੀ ਨਹੀਂ, ਉਹਨੂੰ ਅਸੀਂ ਉੱਚਾ ਨਹੀਂ ਕਹਿ ਸਕਦੇ। ਕਮਾਲ ਹੈ, ਉਹ ਗਹਿਰਿਆਂ ਤੋਂ ਗਹਿਰਾ ਤੇ ਉੱਚਿਆਂ ਤੋਂ ਉੱਚਾ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ। ਤੇ ਗਹਿਰਾ ਕਿੰਨਾ ਕੁ ਹੈ? ਉਹ ਗਹਿਰਾ ਇੰਨਾ ਹੈ ਤੇ ਉੱਚਾ ਅਤਿ ਉੱਚਾ। ਤਾਂਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ। ਉਹ ਪੁਰਾਣਿਆਂ ਤੋਂ ਪੁਰਾਣਾ ਤੇ ਨਵਿਆਂ ਤੋਂ ਨਵਾਂ। ਸਤ ਸਤ ਸਾਰ ਸਤ ਸਤ ਸਤੈ ਸਤ ਬਣੀਏ। ਦੂਸਰੇ ਅਵਰ ਨਯਾਨ ਪੁਰਖ ਪੌਰਾਤਨ ਸੁਣੀਏ। ਪੁਰਾਤਨ ਸਭ ਤੋਂ ਪੁਰਾਣਾ ਉਹ ਤੇ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ। ਤੂੰ ਗੁਣਾ ਦਾ ਗਹਿਰਾ ਸਮੁੰਦਰ ਹੈ। ਸਮੁੰਦਰ ਸਭ ਤੋਂ ਗਹਿਰਾ ਹੈ ਨਾ। ਇੰਨਾ ਗੁਣਾ ਦਾ ਗਹਿਰਾ ਸਮੁੰਦਰ ਹੈ ਕਿ ਗੁਣ ਮੁੱਕਦੇ ਹੀ ਨਹੀਂ। ਊਚੋ ਗੁਣੀ ਗਹਿਰੋ, ਉਹ ਗੁਣਾ ਦਾ ਗਹਿਰਾ ਸਾਗਰ ਹੈ। ਕਾਟ ਸਿਲਕ ਕੀਨੋ ਆਪਣੋ ਦਾਸਰੋ। ਸਿਲਕ ਦਾ ਅਰਥ ਹੁੰਦਾ ਹੈ ਫਾਈ। ਕਿਉਂ ਕਿਹਾ ਕਿ ਸ਼ਾਮ ਕਰਕੇ ਫਾਈ ਦੇ ਰੱਸੀ ਬਣਾਉਂਦੇ ਸਿਲਕ ਦੀ ਸਨ, ਵੀ ਟੁੱਟਦੀ ਨਹੀਂ ਸੀ। ਬਾਕੀ ਰੱਸਾ ਟੁੱਟ ਜਾਏ ਤੇ ਫਾਂਸੀ ਵਾਲਾ ਬਚ ਗਿਆ, ਵੀ ਬਚੇ ਨਾ। ਸਿਲਕ ਦਾ ਅਰਥ ਹੀ ਫਾਂਸੀ ਹੋ ਗਿਆ। ਕਹਿੰਦੇ ਨੇ ਕਿਲਕ ਕੱਟ ਕੇ, ਫਾਈ ਕੱਟ ਕੇ ਤੁਸੀਂ ਜਿਸ ਦੀ ਆਪਣਾ ਬਣਾ ਲਿਆ, ਆਪਣਾ ਦਸਰਾ ਜਿਸ ਨੂੰ ਬਣਾ ਲਿਆ। ਓ ਨਾਨਕ ਕਹਾ ਨਿਹੋਰੋ। ਨਿਹੋਰਾ ਹੁੰਦਾ ਮੁਥਾਜੀ। ਉਸ ਨੂੰ ਕਿਸੇ ਦੀ ਕੀ ਮੁਥਾਜੀ ਰਹਿ ਗਈ ਜਿਸ ਦੀ ਫਾਈ ਕੱਟੀ। 1 ਮਿੰਟ ਇੱਥੇ ਹੋਰ ਲਵਾਂ। ਫਾਈ ਗੱਲ ਵਿੱਚ ਕਿਸੇ ਨੇ ਪਾਈ, ਆਪ ਪਾਈ, ਆਪੇ ਹੀ ਬਣਾਈ। ਬੜੇ ਚਾਅ ਨਾਲ ਪਾਈ। ਜਿੰਨੇ ਅਵਗਣ ਨੇ ਇਹ ਫਾਈ ਹੈ। ਨਾਨਕ ਅਵਗਣ ਜਿਤੜੇ ਤੇਤੇ ਗਲੀ ਜੰਜੀਰ। ਤੇ ਜਦੋਂ ਕੱਟਦਾ ਹੈ ਨਾ, ਉਹਦਾ ਢੰਗ ਆ ਕਿ ਉਹ ਗੁਣ ਜਿਹੜੇ ਨੇ ਦੇ ਦਿੰਦਾ ਤੇ ਅਵਗੁਣ ਮੁਕਾ ਦਿੰਦਾ। ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇਵੇ। ਖਾਲੀ ਥਾਂ ਰਹਿ ਜਾਏ ਤੇ ਖਤਰਾ ਕਿ ਚੋਰ ਫਿਰ ਨਾ ਆ ਜਾਏ। ਗੁਣ ਦੇ ਦਿੰਦਾ ਹੈ, ਅਵਗੁਣ ਕੱਟ ਦਿੰਦਾ ਹੈ। ਤੇ ਜਦੋਂ ਕਿਰਪਾ ਕਰਦਾ ਹੈ ਗੁਣ ਆ ਜਾਣ, ਯਾਦ ਰੱਖੋ ਜਿੱਥੇ ਗੁਣ ਆ ਜਾਣ ਉੱਥੇ ਗੁਣੀ ਨਿਧਾਨ ਆ ਜਾਂਦਾ, ਉੱਥੇ ਪ੍ਰਮਾਤਮਾ ਆ ਜਾਂਦਾ। ਉਹ ਪ੍ਰਮਾਤਮਾ ਨੇੜੇ ਤੋਂ ਨੇੜੇ ਹੈ। ਬਖਸ਼ਿਸ਼ ਮੰਗੀ ਹੈ, ਮੈਨੂੰ ਆਪਣਾ ਸੇਵਕ ਬਣਾ ਲਓ, ਮੇਰੇ ਅੰਗ ਸੰਗ ਹੋ, ਬਖਸ਼ਿਸ਼ ਕਰੋ। ਜੇ ਲੇਖਾ ਕਰੋਗੇ ਫਿਰ ਤੇ ਸਮੁੰਦਰ ਜਿੰਨੇ ਅਵਗਣ ਨੇ, ਤੇ ਜੇ ਬਖਸ਼ਿਸ਼ ਕਰੋ ਫਿਰ ਕੁਛ ਵੀ ਨਹੀਂ, ਫਿਰ ਤੇ ਬਖਸ਼ ਲਵੋ। ਬਾਲਮ ਨੇ ਬੜਾ ਸੁੰਦਰ ਕਿਹਾ ਸੀ, ਜੇ ਵੇਖਾਂ ਆਪਣੇ ਅਮਲਾਂ ਵੱਲੇ। ਜੇ ਤੇ ਮੈਂ ਆਪਣੀਆਂ ਕਰਤੂਤਾਂ ਆਪਣੇ ਕੰਮ ਵੇਖਾਂ, ਜੇ ਵੇਖਾਂ ਆਪਣੇ ਅਮਲਾਂ ਵੱਲੇ ਤੇ ਕੁਛ ਨਹੀਂ ਮੇਰੇ ਪੱਲੇ, ਮੇਰੇ ਪੱਲੇ ਕੱਖ ਨਹੀਂ। ਜੇ ਵੇਖਾਂ ਆਪਣੇ ਅਮਲਾਂ ਵੱਲੇ ਤੇ ਕੁਛ ਨਹੀਂ ਮੇਰੇ ਪੱਲੇ, ਤੇ ਜੇ ਵੇਖਾਂ ਤੇਰੀ ਰਹਿਮਤ ਵੱਲੇ ਫਿਰ ਬੱਲੇ 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 ਬੱਲੇ। ਫਿਰ ਤੇ ਕਮਾਲ ਹੈ। ਤੂੰ ਇੱਕ ਛਿਣ 'ਚ ਬਖਸ਼ ਦੇ ਨਾ ਆਓ। ਲੜੀਵਾਰ ਜੋ ਵਿਚਾਰ ਚੱਲ ਰਹੀ ਹੈ ਉਹਦਾ ਵੀ ਇੱਕ ਸ਼ਲੋਕ ਦੇ ਅਰਥ ਸਰਵਣ ਕਰੋ ਜੀ। ਹਾਂਜੀ, ਸ਼ਲੋਕ ਮਹੱਲਾ ਤੀਜਾ। ਇਹ ਸ਼ਲੋਕ ਸਾਹਿਬ ਸ੍ਰੀ ਗੁਰੂ ਅਰਜਨ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ। ਦੂਜਾ ਭਾਈ ਬਿਲਾਵਲ ਨਾ ਹੋਵਈ। ਪਿੱਛੇ ਪਰਸੋਂ ਸਿੱਖ ਪੰਥ ਦੀ ਮਹਾਨ ਹਸਤੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡਗੰਥੀ ਸਾਹਿਬ ਬੜੇ ਵਿਦਵਾਨ ਨੇ। ਉਹਨਾਂ ਨੇ ਬਿਲਾਵਲ ਰਾਗ ਬਾਰੇ ਵੀ ਬੜਾ ਵਿਸਤਾਰ ਕੀਤਾ ਸੀ। ਥੋੜ੍ਹੀ ਜਿਹੀ ਮੈਂ ਬੇਨਤੀ ਕਰਦੇ ਹਾਂ। ਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਨ, ਮਿਸ਼ਰਤ ਵੀ ਹਨ, ਕੱਲੇ ਕੱਲੇ ਵੀ ਹਨ। ਬਿਲਾਵਲ ਸ਼ੁੱਧ ਸੁਰਾਂ ਦਾ ਰਾਗ ਹੈ। ਹੁਣ ਇਹ ਹੈ ਕਿ ਰਾਗ ਦਰਬਾਰ ਸਾਹਿਬ ਦਾ ਰਾਗੀ ਗਾਏਗਾ ਨਾ ਬਿਲਾਵਲ, ਉਹ ਵੀ ਸ਼ੁੱਧ ਹੀ ਲਾਏਗਾ। ਪਰ ਕੋਈ ਗੰਦੇ ਮੰਦੇ ਗੀਤ ਗਾਉਣ ਵਾਲਾ ਬਿਲਾਵਲ ਗਾਏਗਾ, ਸੁਰਾਂ ਉਹੋ ਹੀ ਹੋਣਗੀਆਂ ਬਿਲਕੁਲ। ਤਾਲ 3 ਗਾਏਗਾ ਕੋਈ ਤੇ ਮਾਤਰਾ 16 ਹੀ ਹੋਣਗੀਆਂ, ਭਾਵੇਂ ਮੰਦਰੇ ਵਜਾਏ ਤੇ ਭਾਵੇਂ ਅਖਾੜੇ 'ਚ ਵਜਾਏ। ਹੁਣ ਝੁਮਰਾ ਜੇ ਕੋਈ ਵਜਾਏਗਾ ਮਾਤਰਾ 14 ਹੀ ਹੋਣੀਆਂ ਨੇ। ਚੰਚਲ ਵਜਾਏਗਾ ਮਾਤਰਾ 14 ਹੀ ਹੋਣੀਆਂ ਨੇ। ਝੋਲ ਦਾ ਫਰਕ ਪਏਗਾ। ਫਰੋਦਸਤ ਵਜਾਏਗਾ ਮਾਤਰਾ 14 ਹੀ ਹੋਣਗੀਆਂ। ਧਮਾਰ ਵਜਾਏਗਾ ਮਾਤਰਾ 14 ਹੀ ਹੋਣਗੀਆਂ। ਬਿਲਾਵਲ ਗਾਏਗਾ ਸੁਰਾਂ ਤੇ ਸ਼ੁੱਧੀ ਹੋਣਗੀਆਂ।
ਲੇਕਿਨ ਇੱਕ ਫਰਕ ਪੈ ਜਾਏਗਾ, ਅਖਾੜੇ ਦਾ ਬਿਲਾਵਲ ਤੇ ਦਰਬਾਰ ਸਾਹਿਬ ਦਾ ਬਿਲਾਵਲ। ਇੱਥੇ ਛੋਟੀ ਜਿਹੀ ਇੱਕ ਕਥਾ ਕਹਾਂ। ਇੱਕ ਦਰਵੇਸ਼ ਜਾ ਰਿਹਾ ਸੀ, ਅਖਾੜਾ ਲੱਗਾ, ਵੇਖਿਆ ਰੌਲਾ ਗੌਲਾ, ਜਾ ਪਹੁੰਚਿਆ ਫਕੀਰ ਵਿੱਚ, ਥੋੜਾ ਜਿਹਾ ਟਿਕ ਕੇ ਤੁਰ ਪਿਆ ਤੇ ਕਿਸੇ ਕਿਹਾ ਬਾਬਾ ਆਨੰਦ ਬਣਿਆ, ਵੇਖ ਕੈਸਾ ਗਾ ਰਹੀ ਹੈ, ਇੰਨੀ ਸੁੰਦਰ ਆਵਾਜ਼, ਇੰਨੀ ਸੁੰਦਰ ਇਸਤਰੀ। ਕਹਿਣ ਲੱਗਾ ਭਾਈ ਗਾ ਤੇ ਰਹੀ ਹੈ, ਪਰ ਜਿਹੜਾ ਰਾਗ ਅਸੀਂ ਸੁਣਨੇ ਆ ਨਾ ਉਹ ਨਹੀਂ, ਉਹ ਸਾਜ਼ ਤੇ ਰੱਬ ਦਾ ਨਾਂ ਲੈਂਦੇ ਨੇ, ਪਰ ਇੱਥੇ ਤੇ ਕੁਝ ਹੋਰ ਹੋ ਰਿਹਾ। ਕਹਿਣ ਲੱਗਾ ਇੱਥੇ ਕੀ ਹੋ ਰਿਹਾ? ਕਹਿਣ ਲੱਗਾ शुभ काज को छोड़ अकाज करें कुछ लाज ना आवत है इनको। मैं वेख रहा इन्हां बंदियां नूं जरा लाज नहीं, किसी नूं एक नूं भी नहीं, वो तो नालाज होके नाची रही है। शुभ काज को छोड़ अकाज करें कुछ लाज ना आवत है इनको। एक रांड बुलाए नचावत है घर को तन धाम लुटावन को। घर का तन लुटाउण लई एक वेशवा नूं सद के नचाउंदे पए। कहण लगे वजदा ते इत्थे भी मरदंग है, पर कहंदा कि मरदंग तने त्रिग त्रिग का है। इत्थे साज वजणगे आखणगे वाहिगुरू वाहिगुरू। साखी आउंदी है मरदाने दी रबाब छड़ी करतार करतार करतार, तार विचों आवाज़ आवे। मरदंग तने त्रिग त्रिग कहे, मरदंग कहता त्रिगकार तुहानू, और कैंसी कहे किनको किनको, सुरतान कहे किनको किन सुरताना, ते वो कैंसियां कहंदियां ने किन्ना नू त्रिकार। बांह वलार के नार कहे इनको इनको इनको, इन्हां नू त्रिकार। साज दा बड़ा फर्क पै जांदा। बिलावल नीयत फर्क पैंदे ने, कहंदे ने एक बिलावल वो है, ਉਹਦੇ ਨਾਲ ਮਨ ਬਹਿਲਾਵਾ ਤੇ ਹੋ ਜਾਏਗਾ। ਆਖਰ ਗਾਉਣ ਵਜਾਉਣ ਵਾਲੇ ਗੰਦੇ ਮੰਦੇ ਗੀਤ, ਆਖਰ ਉਹਨਾਂ ਦੀ ਮੰਜ਼ਿਲ ਕੀ ਹੈ? ਕਾਮ। ਲੇਕਿਨ ਕੀਰਤਨ ਵਾਲੇ ਸਾਜ਼ਾਂ ਵਾਲੇ ਮੰਜ਼ਿਲ ਕੀ ਹੈ? ਪਰਮਾਤਮਾ। ਪਹੁੰਚਣਾ ਹੈ ਪਰਮਾਤਮਾ ਤੱਕ। ਕੀਰਤਨ ਨੇ ਕਿੱਥੇ ਲੈ ਕੇ ਜਾਣਾ? ਤੇਰਾ ਉਧਾਰ ਕਰਨਾ ਹੈ। ਨਾਨਕ ਕਹੈ ਸੁਣ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਕਹਿੰਦੇ ਨੇ ਦੂਜੇ ਭਾਵ ਵਿੱਚ, ਜੇ ਅੰਦਰ ਭਾਵ ਦੂਜਾ ਹੈ ਨਾ, ਬਿਲਾਵਲ ਨਾ ਗਾਵਿਆ ਜਾਣਾ, ਤੇ ਬਿਲਾਵਲ ਦਾ ਅਰਥ ਆਨੰਦ ਖੁਸ਼ੀ ਵੀ ਹੈ, ਫਿਰ ਖੁਸ਼ੀ ਵੀ ਨਹੀਂ ਹੋਣੀ। ਗਾਏਗਾ ਬਿਲਾਵਲ, ਹੋ ਸਕਦਾ ਕੋਈ ਬਾਹਰੋਂ ਗਾਉਂਦਾ ਹੋਵੇ ਅੰਦਰੋਂ ਰੋਂਦਾ ਹੋਵੇ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ। ਰੋਣਾ ਕੀਮਤੀ ਹੈ ਜੇ ਉਹਦੀ ਯਾਦ ਵਿੱਚ ਰੋਇਆ ਜਾਏ। ਗਾਉਣਾ ਕੀਮਤੀ ਹੈ ਜੇ ਉਹਦੀ ਯਾਦ ਵਿੱਚ ਗਾਇਆ ਜਾਏ। ਪੀਰ ਦਸਤਗੀਰ ਨੇ ਕਿਹਾ ਜੀ ਰਾਗ ਹਰਾਮ ਹੈ, ਮਨ ਤੇ ਸ਼ੈਤਾਨ ਆਉਂਦਾ। ਸਤਿਗੁਰੂ ਕਹਿਣ ਲੱਗੇ ਤੂੰ ਸੁਣਿਆ ਹੀ ਕਿੱਥੇ? ਫਕੀਰਾਂ ਦਾ ਸੁਣ। ਵੇਸ਼ਵਾਵਾਂ ਦੇ ਰਾਗ ਸੁਣੇ ਹੋਣਗੇ, ਫਕੀਰਾਂ ਦੇ ਰਾਗ ਸੁਣ। ਇਹ ਰਾਗ ਪ੍ਰਮਾਤਮਾ ਤੱਕ ਪਹੁੰਚਾਉਂਦਾ, ਇਹ ਸਾਧਨ ਹੈ। ਇੱਕ ਮੈਂ ਸਾਖੀ ਸੁਣੀ ਸੀ, ਬੜੇ ਪੁਰਾਣੇ ਵਿਦਵਾਨ ਨੇ। ਕਹਿਣ ਲੱਗੇ ਵਿਦਵਾਨ ਆਇਆ ਆਚਾਰੀਆ ਗਾਣ ਵਾਲਾ ਇੱਥੇ ਹਰਿਮੰਦਰ ਸਾਹਿਬ। ਗਾਇਆ ਉਹਨੇ ਤੇ ਸਤਿਗੁਰਾਂ 5 ਮੋਹਰਾਂ ਦਿੱਤੀਆਂ ਗੁਰੂ ਅਰਜਨ ਦੇਵ ਕੇ। ਵਾਹ ਵਾਹ। ਉਹ ਕਹਿਣ ਲੱਗਾ ਜੀ ਮੈਂ ਤੇ ਬੜੀ ਆਸ ਲੈ ਕੇ ਆਇਆ, ਕੋਈ 4 ਦਿਨ ਸੁਣਾਵਾਂਗਾ, ਤੇ ਤੁਸੀਂ ਅੱਜ ਹੀ ਵਾਹ ਵਾਹ ਕਰ ਦਿੱਤੀ। ਇਹ ਬਾਬਾ ਬੁੱਢਾ ਸਾਹਿਬ ਪਾਸੇ ਲੈ ਗਏ। ਕਹਿਣ ਲੱਗੇ ਉਹ ਭਾਈ ਸਿਰਫ ਭਾਂਡੇ ਅੱਗੇ ਰੱਖੇ ਨੇ, ਵਸਤੂ ਪਾ। ਭਾਂਡੇ ਰੱਖੇ, ਭਾਂਡੇ ਤੇਰੇ ਸੋਹਣੇ ਨੇ, ਰਾਗ ਤੇਰਾ ਸੋਹਣਾ ਹੈ। ਭਾਂਡੇ ਬਰਤਨ ਤੇ ਚੰਗੇ ਨੇ, ਪਰ ਖਾਲੀ ਰੱਖੇ ਨੇ, ਖਾਲੀਆਂ 'ਚ ਕੀ ਪਵੇ? ਕਹਿਣ ਲੱਗਾ ਵਸਤੂ ਕੀ? ਕਹਿਣ ਲੱਗੇ ਆ ਤੈਨੂੰ ਸ਼ਬਦ ਸਿਖਾਵਾਂ। ਇੱਕ ਸ਼ਬਦ ਯਾਦ ਕਰਾਇਆ। ਕਹਿਣ ਲੱਗੇ ਕੱਲ ਗਾਵੀਂ। ਜਦੋਂ ਸ਼ਬਦ ਗਾਵਿਆ ਨਾ, ਭਾਂਡਾ ਵੀ ਚੰਗਾ ਸੀ, ਸ਼ਬਦ ਸਤਿਗੁਰੂ ਗਦਗਦ ਹੋ ਗਏ। ਕਹਿਣ ਲੱਗੇ ਸਦਕੇ ਮੂੰਹ ਤੋਂ ਸ਼ਬਦ ਪੜ੍ਹ ਦਿੱਤਾ। ਤੈਂ ਸਾਹਿਬ ਕੀ ਬਾਤ 'ਚ ਆਖੈ, ਕਹੋ ਨਾਨਕ ਕਿਆ ਦੀਜੈ, ਸੀਸ ਵੱਡਾ ਕਰ ਬੈਸਨ ਦੀਜੈ, ਬਿਨ ਸਿਰ ਸੇਵ ਕਰੀਜੈ। ਅੱਜ ਵੀ ਬੇਨਤੀ ਕਰਾਂ, ਨਿਰਾ ਭਾਂਡਾ ਨਹੀਂ ਰੱਖਣਾ, ਭਾਂਡਾ ਹੀ ਨਹੀਂ ਸਵਾਰਨਾ, ਵਿੱਚ ਵਸਤੂ ਵੀ ਪਾਉਣੀ ਹੈ। ਗੁਰਸਿੱਖ ਆਸ਼ਿਕ ਸ਼ਬਦ ਦੇ ਵਸਤੂ ਤੋਂ ਕਿਹਾ, ਦੂਜੇ ਭਾਵ ਵਿੱਚ ਬਿਲਾਵਲ ਨਹੀਂ ਹੋਣਾ। ਮਨਮੁਖ ਥਾਏ ਨਾ ਪਾਏ। ਮਨਮੁਖ ਦਾ ਗਾਵਿਆ ਥਾਏ ਨਹੀਂ ਪਾਉਂਦਾ। ਹੁਣ ਬੰਦਾ ਹੋਵੇ ਮਨਮੁਖ ਦੇ ਬਿਲਾਵਲ ਕਿੰਨਾ ਚੰਗਾ ਗਾਈ ਜਾਏ। ਸਤਿਗੁਰੂ ਬਾਹਰੋਂ ਨੇ ਵੇਖਦੇ ਹੋ ਤੇ ਨੀਅਤ ਵੇਖਦੇ ਨੇ। ਬਿਲਾਵਲ ਗਾਉਣ ਵਾਲਿਆ ਤੇਰੀ ਨੀਅਤ ਕੀ ਹੈ? ਇਸ ਵਾਸਤੇ ਕਿਹਾ ਬਿਲਾਵਲ ਗੁਰੂ ਦੇ ਆਸ਼ੇ ਅਨੁਸਾਰ ਗਾ।
ਨੀਅਤ ਹੋਵੇ ਬਲਾਵਲ ਗਾਵਾਂ ਤੇ ਆਨੰਦ ਮਿਲੇ, ਉਹ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਬਲਾਵਲ ਕਰੋ ਤੁਮ ਪਿਆਰਿਓ, ਕਰੋ ਉਸ ਦਾ ਯਸ ਗਾਓ, ਚੰਗਾ ਰਾਗ ਗਾਓ, ਪਰ ਰਾਗ ਬਰਤਨ ਹੈ ਵਿੱਚ ਵਸਤੂ ਵੀ ਪਾਓ। ਪਾਖੰਡ ਭਗਤ ਨਾ ਹੋਵਈ, ਪਖੰਡੀ ਜੇ ਕੋ ਹੋਵੇ ਪਖੰਡ ਦੁਆਰਾ ਭਗਤੀ ਨਹੀਂ ਹੋ ਸਕਦੀ। ਪਾਰ ਬ੍ਰਹਮ ਨਾ ਪਾਇਆ ਜਾਏ, ਪਾਰ ਬ੍ਰਹਮ ਨਹੀਂ ਪਾਇਆ ਜਾ ਸਕਦਾ। ਉਹ ਤੇ ਸਤਿਗੁਰਾਂ ਕਹਿ ਦਿੱਤਾ ਸੀ। ਉਹਨਾਂ ਨੇ ਕਿਹਾ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ, ਉਹ ਵੀ ਬਲਾਵਲ ਗਾਉਂਦੇ ਸਨ। ਪੈਰ ਹਲਾਇਨ ਫੇਰ ਨ ਸਿਰ ਉੱਡ ਰਾਵਾ ਝਾਟੇ ਭਾਏ, ਵੇਖੇ ਲੋਕ ਅਸੈ ਕਰ ਜਾਏ। ਹੁਣ ਕਹਿੰਦੇ ਨੇ ਨੱਚਿਆਂ ਟੱਪਿਆਂ ਭਗਤ ਨਾ ਹੋਏ। ਉਹਨੇ ਇੱਥੇ ਤੱਕ ਕਹਿ ਦਿੱਤਾ ਹੈ ਕਬ ਕੋ ਭਾਲੇ ਘੁੰਗਰੂ ਤਾਲਾ, ਕਬ ਕੋ ਬਜਾਵੇ ਰਬਾਬ, ਆਵਤ ਜਾਤ ਬਾਰ ਖਿਣ ਲੱਗਾ ਹੋ ਤਬ ਲਗ ਸਮਾਰੋ ਨਾਮ। ਭਾਈ ਦੂਜਾ ਭਾਵ ਨਾ ਹੋਵੇ ਬਿਲਾਵਲ। ਬਿਲਾਵਲ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ। ਬਿਲਾਵਲ ਸਤਿਗੁਰਾਂ ਨੇ ਬੜਾ ਸਤਿਕਾਰਿਆ, ਬੜਾ ਪਿਆਰਾ ਰਾਗ ਹੈ, ਪਰ ਨਾਲ ਇਹ ਕਿਹਾ ਭਾਵ ਦੀ ਗੱਲ। ਦੂਜਾ ਭਾਵ ਨਾ ਹੋ ਜਾਏ, ਮਾਇਆ ਦਾ ਭਾਵ ਨਾ ਹੋਵੇ, ਕੋਈ ਹੋਰ ਮਨ ਦਾ ਭਾਵ ਨਾ ਹੋਵੇ। ਇਹ ਭਾਵ ਇੱਕ ਹੀ ਹੋਵੇ, ਗਾਵਾਂ ਬਿਲਾਵਲ ਤੇ ਮਿਲੇ ਪ੍ਰਮਾਤਮਾ। ਗਾਵਾਂ ਬਿਲਾਵਲ ਆਵੇ ਆਨੰਦ, ਗਾਵਾਂ ਬਿਲਾਵਲ ਤੇ ਸੁਰਤ ਟਿਕ ਜਾਏ, ਗਾਉਣ ਵਾਲਿਆਂ ਦੀ ਵੀ ਟਿਕ ਜਾਏ, ਸੁਣਨ ਵਾਲਿਆਂ ਦੀ ਵੀ ਟਿਕ ਜਾਏ। ਹਾਂਜੀ, ਮਨ ਹੱਠ ਕਰਮ ਕਮਾਵਣੇ, ਥਾਏ ਨਾ ਕੋਈ ਪਾਏ। ਮਨ ਹੱਠ ਕਰਮ ਕਿਹੜੇ ਨੇ? ਵੈਸੇ ਤੇ ਬਾਣੀ ਚ ਕਿ ਹੱਠੀਆਂ ਜਪੀਆਂ ਤਪੀਆਂ, ਨਾਲ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਉਹ ਹੱਠੀ ਕਿਹੜੇ ਨੇ? ਉਹ ਤੇ ਹੱਠ ਭਾਈ ਮਣੀ ਸਿੰਘ ਵੀ ਕੀਤਾ, ਤਾਰੂ ਸਿੰਘ ਨੇ ਵੀ ਕੀਤਾ। ਉਹ ਹੱਠ ਹੈ ਦ੍ਰਿੜਤਾ ਕਿ ਮੇਰੀ ਸਿੱਖੀ ਨੇ ਬਜਾਏ। ਪਰ ਇੱਕ ਮਨ ਹੱਠ ਹੈ, ਉਸ ਦੇ ਪਿੱਛੇ ਹੁੰਦੀ ਹੈ ਹਉਮੈ, ਹੰਕਾਰ। ਮਨ ਉਹਦੇ ਨਾਲ ਸਹਿਮਤ ਨਹੀਂ ਹੁੰਦਾ, ਐਵੇਂ ਬੰਦਾ ਹੱਠ ਕਰਕੇ ਕਰੀ ਜਾਂਦਾ। ਮਨ ਨੂੰ ਅੰਦਰੋਂ ਹੁੰਦਾ ਸ਼ੱਕ, ਪਤਾ ਨਹੀਂ ਕੁਝ ਹੋਣਾ ਹੈ ਕਿ ਨਹੀਂ, ਚਲੋ ਕਰੀ ਜਾਂਦੇ। ਮਨ ਹੱਟ ਕਿਨੇ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਕਰ ਕਰਕੇ ਥੱਕ ਗਏ। ਜਿਸ ਕਰਮ ਮਗਰ ਥਕਾਵਟ ਹੈ ਨਾ, ਰਸ ਨਹੀਂ। ਕੀਤਾ ਧਰਮ ਦਾ ਕਰਮ ਤੇ ਰਸ ਆ ਗਿਆ, ਸਮਝ ਲੈਣਾ ਆਨੰਦ ਬਣਿਆ। ਰਸ ਇਹ ਕਰਮ ਠੀਕ ਹੈ, ਇਹ ਮਨ ਅੱਠ ਨਹੀਂ। ਪਰ ਮਨ ਅੱਠ ਕੀਤਾ ਥਕਾਵਟ ਹੋ ਗਈ, ਰਸ ਕੋਈ ਆਇਆ ਨਹੀਂ। ਉਹਨੂੰ ਕਿਹਾ ਮਨ ਅੱਠ। ਇਹ ਜਿਹੜੇ ਕਰਨ ਵਾਲੇ ਨੇ ਕਹਿੰਦੇ ਨੇ ਕਿਸੇ ਥਾਏ ਨਹੀਂ ਪਏ। ਨਾਨਕ ਗੁਰਮੁਖ ਆਪ ਵਿਚਾਰੀਆ, ਵਿੱਚੋਂ ਆਪ ਗਵਾਈ। ਆ ਜੇ ਕੰਮ ਕਰਨ ਵਾਲਾ ਸਾਹਿਬ ਫਰਮਾ ਰਹੇ ਨੇ, ਗੁਰੂ ਦੀ ਸ਼ਰਨ ਪੈ ਕੇ ਜੋ ਕਰਨਾ ਨਾ, ਸੇਵਾ ਕਰਨੀ, ਪਹਿਲਾਂ ਗੁਰੂ ਨੂੰ ਪੁੱਛ ਕੇ ਕਰ। ਲਿਆਇਆ ਸੀ ਇੱਕ ਬੱਚਾ ਜਲ ਤੇ ਅੱਧਾ ਰੋੜ ਦਾ ਹੋਵੇ, ਸਤਿਗੁਰੂ ਕਹਿਣ ਲੱਗੇ ਤੈਨੂੰ ਤੇ ਚੁੱਕਣਾ ਹੀ ਨਹੀਂ ਆਉਂਦਾ। ਸੰਗਤ ਨੂੰ ਨਹੀਂ ਛਕਾਇਆ, ਸੇਵਾ ਨਹੀਂ ਕੀਤੀ, ਰੋੜ ਦਿੱਤਾ। ਮਾਂ ਬਾਪ ਨੇ ਕਿਹਾ ਮਹਾਰਾਜ ਛਕ ਲੈਣਾ ਸੀ, ਕਹਿਣ ਲੱਗੇ ਮੁਰਦੇ ਦੇ ਹੱਥੋਂ ਕੌਣ ਛਕਦਾ? ਤੇ ਸੇਵਾ ਵੀ ਹੁਣੇ ਹੱਥ ਤੇ ਮੁਰਦੇ ਦੇ। ਪਹਿਲਾਂ ਉਹਨੂੰ ਸੰਗਤ ਵਿੱਚ ਲਾਓ, ਸੇਵਾ ਕਰਨੀ ਸਿਖਾਓ। ਪਹਿਲੋਂ ਸਿੱਖ ਤੇ ਫੇਰ ਕਰ। ਪਾਈ ਲੈਣਾ ਆ ਗਿਆ, ਮੂੰਜੀ ਚੋਂ ਨਦੀਨ ਪੁੱਟਣ ਲੱਗੇ ਤੇ ਮੂੰਜੀ ਪੁੱਟੀ ਗਿਆ। ਮਹਾਰਾਜ ਹੱਸ ਕਿਉਂ ਰਹੇ? ਕਹਿਣ ਲੱਗੇ ਚੰਗੀ ਸੇਵਾ ਕਰ ਰਹੇ ਹੈ, ਤੂੰ ਤੇ ਮੂੰਜੀ ਪੁੱਟੀ ਜਾਣਾ। ਕਹਿਣ ਲੱਗਾ ਪਛਾਣ ਨਹੀਂ। ਕਹਿਣ ਲੱਗੇ ਪਹਿਲੋਂ ਸਿੱਖ ਤੇ ਫੇਰ ਕਰ। ਇੱਕ ਪੰਕਤੀ ਤੁਹਾਨੂੰ ਸੁਣਾ ਦਿਆਂ, ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਕੱਲ। ਪਹਿਲੋਂ ਪਵਿੱਤਰ ਹੋ, ਪਵਿੱਤਰ ਹੋਣਾ ਸਿੱਖਣੀ ਹੈ, ਫੇਰ ਸੇਵਾ ਕਰ। ਇੱਥੇ ਕਿਹਾ ਧਨ ਨੇ ਉਹ। ਹਾਂਜੀ, ਪੰਕਤੀ ਫਿਰ ਪੜ੍ਹਨੀ। ਨਾਨਕ ਗੁਰਮੁਖ ਆਪ ਵਿਚਾਰੀਆ, ਆਪ ਆਪਣਾ ਆਪਾ ਵਿਚਾਰੀਏ, ਆਪਣੇ ਆਪ ਨੂੰ ਕਿ ਮੈਂ ਕੀ ਹਾਂ, ਮੇਰਾ ਮਨ ਕੀ ਹੈ, ਮੇਰੀਆਂ ਵਿਚਾਰਾਂ ਕੀ ਨੇ, ਮੇਰੇ ਕਰਮ ਕੀ ਨੇ। ਪਰ ਇਹ ਗੁਰੂ ਦੀ ਸ਼ਰਨ ਪੈ ਕੇ, ਗੁਰੂ ਦੀ ਸ਼ਰਨ ਪਵਾਂਗੇ ਤੇ ਨਜ਼ਰ ਆਵੇਗਾ। ਇੱਕ ਪੰਕਤੀ ਭਾਈ ਸਾਹਿਬ ਦੀ ਮੈਂ ਭਾਈ ਗੁਰਦਾਸ ਦੀ ਤੁਹਾਨੂੰ ਜ਼ਰੂਰ ਸੁਣਾ ਦਿਆਂ। ਗੁਰੂ ਨੂੰ ਬੜੀ ਉਪਮਾ ਦਿੱਤੀ। ਗੁਰੂ ਕੀ ਹੈ? ਗੁਰੂ ਦਾਤਾ ਹੈ, ਗੁਰੂ ਬਖਸ਼ੰਦ ਹੈ, ਗੁਰੂ ਰਾਜ਼ਕ ਹੈ, ਗੁਰੂ ਮਿਹਰਬਾਨ ਹੈ। ਉਹਨਾਂ ਨੇ ਕਿਹਾ ਗੁਰੂ ਸ਼ੀਸ਼ਾ। ਕਮਾਲ ਹੈ, ਗੁਰੂ ਆਈਨਾ ਹੈ। ਸ਼ੀਸ਼ੇ ਦੇ ਸਾਹਮਣੇ ਗਿਆ, ਚਿਹਰਾ ਨਜ਼ਰ ਆਉਂਦਾ। ਗੁਰੂ ਦੇ ਸਾਹਮਣੇ ਗਿਆ, ਮਨ ਨਜ਼ਰ ਆਉਂਦਾ। ਸ਼ੀਸ਼ੇ ਦੇ ਸਾਹਮਣੇ ਚਿਹਰੇ ਦੇ ਦਾਗ ਨਜ਼ਰ ਆਉਂਦੇ ਨੇ, ਗੁਰੂ ਦੇ ਸਾਹਮਣੇ ਮਨ ਦੇ ਪਾਪ ਨਜ਼ਰ ਆਉਂਦੇ ਨੇ। ਉਹ ਪੌੜੀ ਜੇ ਕਿਸੇ ਨੇ ਯਾਦ ਕਰਨੀ ਹੋਵੇ, ਸਤਿਗੁਰ ਪੁਰਖ ਅਗੰਮ ਹੈ,
ਨਿਰਵੈਰ ਨਿਰਾਲਾ। ਜਾਣੋ ਧਰਤੀ ਧਰਮ ਦੀ ਸੱਚੀ ਧਰਮਸ਼ਾਲਾ, ਜਿਹਾ ਬੀਜੇ ਸੋ ਲੁਣੇ ਫਲ ਕਰਮ ਸੰਭਾਲਾ। ਕਹਿੰਦੇ ਨੇ ਜਿਉਂ ਕਰ ਨਿਰਮਲ ਆਰਸੀ, ਆਰਸੀ ਹੁੰਦੀ ਸ਼ੀਸ਼ਾ, ਜਿਉਂ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ, ਜਿਹਾ ਮੂੰਹ ਕਰ ਭਾਲੀਏ ਤੇਹੋ ਵਿਖਾਲਾ। ਸੇਵਕ ਦਰਗਾਹ ਸੁਰਖਰੂ ਵੇ ਮੁਖ ਮੁਕਾਲ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹੱਥ ਜੋੜ ਕੇ ਖਲੋਈਏ ਨਾ, ਦੀਦਾਰ ਵੀ ਕਰੀਏ ਤੇ ਨਾਲ ਸ਼ੀਸ਼ੇ 'ਚ ਆਪਣਾ ਆਪਾਂ ਵੀ ਵੇਖੀਏ, ਮੈਂ ਕਿੱਥੇ ਖੜਾ, ਮੈਂ ਕੀ ਹਾਂ, ਮੇਰੇ ਕਰਮ ਕੀ ਹਨ, ਮੇਰਾ ਮਨ ਕੀ ਹੈ, ਮੇਰੀਆਂ ਵਿਚਾਰਾਂ ਕੀ ਹਨ। ਹਾਂਜੀ, ਫਿਰ ਪੰਕਤੀ ਪੜ੍ਹ ਦਿਓ। ਨਾਨਕ ਗੁਰਮੁਖ ਆਪ ਵਿਚਾਰੀਆ, ਕਹਿੰਦੇ ਨੇ ਗੁਰੂ ਦੀ ਸ਼ਰਨ ਪੈ ਕੇ ਸਾਹਿਬ ਕਹਿੰਦੇ ਨੇ ਆਪਣਾ ਆਪਾ ਵਿਚਾਰੀਏ। ਹਾਂਜੀ, ਵਿੱਚੋਂ ਆਪ ਗਵਾਏ, ਵਿੱਚੋਂ ਆਪ ਗਵਾਏ। ਆਪਣਾ ਆਪਾ ਗਵਾਉਣਾ ਕੀ ਹੈ? ਹੱਥ ਪੈਰ ਗਵਾ ਦੇ ਨੇ। ਜਿਵੇਂ ਅਨੇਕਾਂ ਕਹਿੰਦੇ ਨੇ ਅੱਖਾਂ ਕੱਢ ਦਈਏ ਜਾਂ ਹੋਰ ਵੀ ਜਿਨ੍ਹਾਂ ਇੰਦਰੀਆਂ ਨਾਲ ਬੁਰਾ ਹੁੰਦਾ ਉਹ ਕੱਢ ਦਈਏ, ਨਹੀਂ। ਆਪ ਗਵਾਈਏ ਦਾ ਅਰਥ ਹੈ ਹਉਮੈ ਗਵਾਈਏ, ਹੰਕਾਰ ਆਪ ਗਵਾਈਏ ਤਾਂ ਸ਼ੋ ਪਾਈਏ ਔਰ ਕੈਸੀ ਚਤਰ ਆਏ। 2 ਦਿਨ ਹਾਜ਼ਰੀ ਭਰਦੇ ਆ, ਪਤਾ ਨਹੀਂ ਕਿੰਨੀਆਂ। ਹਾਂਜੀ, 2 ਪੰਕਤੀਆਂ ਅੱਗੇ ਪੜੋ। ਆਪੇ ਆਪ ਪਾਰ ਬ੍ਰਹਮ ਹੈ, ਆਪ ਹੀ ਪਾਰ ਬ੍ਰਹਮ ਹੈ, ਉਸ ਦਾ ਨਿਸ਼ਚਾ ਹੁੰਦਾ। ਪਾਰ ਬ੍ਰਹਮ ਵਸਿਆ ਮਨ ਆਏ, ਪਾਰ ਬ੍ਰਹਮ ਉਸ ਦੇ ਮਨ ਵਿੱਚ ਆ ਕੇ ਵਸ ਜਾਂਦਾ ਹੈ। ਜੰਮਨ ਮਰਨਾ ਕਟਿਆ, ਹਾਂ, ਉਸ ਦਾ ਜਨਮ ਮਰਨ ਦਾ ਗੇੜ ਜਿਹੜਾ ਕੱਟਿਆ ਜਾਂਦਾ ਹੈ। ਜੋਤੀ ਜੋਤ ਮਿਲਾਏ, ਹੁਣ ਜਦੋਂ ਜੋਤ ਵਿੱਚ ਜੋਤ ਪ੍ਰਮਾਤਮਾ ਮਿਲਾ ਲੈਂਦਾ ਹੈ, ਇੱਕ ਹੋ ਗਏ, ਬੂੰਦ ਸਾਗਰ ਵਿੱਚ ਮਿਲ ਗਈ, ਫਿਰ ਤੇ ਬੜਾ ਸੁੰਦਰ ਕਿਹਾ। ਕਹਿੰਦੇ ਨੇ ਬਹੁਰ ਹਮ ਕਾਵੇਂ ਆਵੇਂਗੇ, ਉਦਕ ਸਮੁੰਦ ਸਲਲ ਕੇ ਸਾਖਿਆ, ਨਦੀ ਤਰੰਗ ਸਮਾਵੇਂਗੇ, ਸੁਨਨੇ ਸੁਨ ਮਿਲਿਆ ਸਮਦਰਸੀ, ਪਵਨ ਰੂਪ ਹੋਏ ਜਾਵੇਂਗੇ, ਬਹੁਰ ਹਮ ਕਾਹੇ ਆਵੇਂਗੇ। ਬੇਨਤੀ ਕਰ ਰਿਹਾ ਸਾਂ, ਖਿਮਾ ਚਾਹੁੰਦਾ ਹਾਂ, ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਜਿੱਥੇ ਸਿੱਖ ਪੰਥ ਦੀ ਮਹਾਨ ਹਸਤੀ ਸੱਚਖੰਡ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਾਹਿਬ ਗਿਆਨੀ ਜਗਤਾਰ ਸਿੰਘ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਨਾਲ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਿਛਲੇ ਸੇਵਕ ਸੇਵਾ ਕਰਕੇ ਗਏ ਹਰਗੋਬਿੰਦ ਸਿੰਘ ਜੀ ਲੌਂਗੋਵਾਲ, ਉਹਨਾਂ ਦਾ ਵੀ ਧੰਨਵਾਦ। ਨਵੀਂ ਕਮੇਟੀ ਆਈ ਹੈ ਬੀਬੀ ਜਗੀਰ ਕੌਰ ਤੇ ਨਾਲ ਉਹਨਾਂ ਦੇ ਸਾਥੀ। ਮੈਂ ਸਤਿਗੁਰੂ ਅੱਗੇ ਅਰਦਾਸ ਕਰਾਂ, ਮੇਰੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਇਹਨਾਂ ਸਾਰਿਆਂ ਦੇ ਸਿਰ ਤੇ ਹੱਥ ਰੱਖ। ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਨੇ, ਜਿੱਥੇ ਸਿੱਖ ਪੰਥ ਦਾ ਪ੍ਰਚਾਰ, ਗੁਰਦੁਆਰਿਆਂ ਦਾ ਪ੍ਰਬੰਧ, ਹੋਰ ਜਗਤ ਨਾਲ ਵਰਤਣਾ, ਇਹਨਾਂ ਨੂੰ ਸਾਰਿਆਂ ਨੂੰ ਸਮਰੱਥਾ ਬਖਸ਼। ਨਾਲ ਧੰਨਵਾਦ ਕਰਾਂ ਸੰਗਤਾਂ ਦਾ, ਬਹੁਤ ਬਹੁਤ ਧੰਨਵਾਦ। ਧੰਨ ਗੁਰੂ ਰਾਮਦਾਸ ਤੁਹਾਡਾ ਧੰਨਵਾਦ। ਜੋਗੋ ਜੋਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ। ਸਾਡਾ ਤੇ ਮਰਨ ਜਿਉਣ ਸਭ ਕੁਝ ਹੈ ਹੀ ਤੁਹਾਡੇ ਨਾਲ। ਜਿਵੇਂ ਇੱਕ ਪੰਕਤੀ ਹੈ ਕਿ ਮੈਂ ਸਤਿਗੁਰ ਸੇਤੀ ਪਿਰਹੜੀ, ਸਾਡਾ ਪਿਆਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ। ਕਿਉਂ ਗੁਰਬਿਨ ਜੀਵੋ ਮਾਏ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ। ਗੁਰੂ ਦੀ ਬਾਣੀ ਦਾ ਹੀ ਅਸਰ ਹੈ, ਇਹਦੇ ਨਾਲ ਹੀ ਜੁੜ ਕੇ ਰਹਿਣਾ। ਅੰਮ੍ਰਿਤ ਪਾਨ ਕਰੋ, ਸਤਿਗੁਰੂ ਦੇ ਬਣੋ, ਬਾਣੀ ਨਾਲ ਜੁੜੋ, ਗੁਰੂ ਬਖਸ਼ਿਸ਼ ਕਰੇ, ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ, ਭੁੱਲਾਂ ਦੀ ਫਿਰ ਖਿਮਾ ਜੀਓ। ਆਓ ਆਖਰੀ ਪੰਕਤੀਆਂ ਸਰਵਣ ਕਰੋ। ਆਪੇ ਆਪ ਪਾਰ ਬ੍ਰਹਮ ਹੈ, ਪਾਰ ਬ੍ਰਹਮ ਵਸਿਆ ਮਨ ਆਏ, ਜੰਮਨ ਮਰਨਾ ਕੱਟਿਆ, ਜੋਤੀ ਜੋਤ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ